news, views, and great Punjabi music. This is Punjab Radio on 558 AM. A very good afternoon to you. The health show here on Punjab Radio now until 2 o'clock with myself, Didar. A very warm Sat Sri Akal to all of you. ਤੁਸੀਂ ਸੁਣ ਰਹੇ ਹੋ ਪੰਜਾਬ ਰੇਡੀਓ ਗ੍ਰੇਟਰ ਲੰਡਨ ਤੇ ਆਸ-ਪਾਸ ਸ਼ਹਿਰਾਂ ਵਿੱਚ ਸਕਾਈ ਚੈਨਲ 0130 ਦੇ ਜ਼ਰੀਏ ਦੁਨੀਆ ਭਰ ਦੇ ਹਰ ਕੋਨੇ ਵਿੱਚ ਇੰਟਰਨੈਟ ਰਾਹੀਂ ਡੈਬ ਡਿਜੀਟਲ ਰਾਹੀਂ ਵੌਇਸ ਐਕਟੀਵੇਟੀ ਸਪੀਕਰਸ ਰਾਹੀਂ ਤੇ ਪੰਜਾਬ ਰੇਡੀਓ ਦੇ ਐਪ ਰਾਹੀਂ तेलू नुस्खियां दा प्रोग्राम पूरे 2 बजे तक। सब तो पहला आओ आप सारे रल के गुरु महाराज के पवित्र चरणों में सीस निवाइए, गुरु महाराज का शुकराना करिए, गुरु महाराज दियां दित्तियां होईयां दातां दा शुकराना करदे होए दिली जान तो आप सारिਆਂ ਦਾ स्वागत करदे जी आए आखदे साडे रब वर्गे श्रोतियां दा की हाल है। आस करदे बिल्कुल ठीक ठाक हो। ढेर सारा प्यार शुभकामनाएं आप सारिਆਂ ਦੇ नाम मेरे ਵੱਲੋਂ दीदार कौर ਵੱਲੋਂ प्यार भरी मोहब्बत भरी सत श्री अकाल। आप सारिਆਂ ਨੂੰ ਟੈਲੀਫੋਨ ਰਾਹੀਂ ਆਪਣਾ ਰਾਹ ਦੇਖਾਂਗੇ, ਆਪ ਦੀ ਉਡੀਕ ਕਰਾਂਗੇ ਤੇ ਯਾਦ ਕਰਾ ਦਈਏ ਆਪ ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੋ ਵੀ ਨੁਸਖੇ ਸਾਂਝੇ ਕੀਤੇ ਜਾਂਦੇ ਹਨ ਉਹ ਸਾਡੇ ਸੁਣਨੇ ਵਾਲਿਆਂ ਵੱਲੋਂ ਹੁੰਦੇ ਹਨ, ਪੰਜਾਬ ਰੇਡੀਓ ਵੱਲੋਂ ਨਹੀਂ। ਪ੍ਰੋਗਰਾਮ ਸੁਣ ਕੇ ਜੇ ਤੁਸੀਂ ਕਿਸੇ ਨੂੰ ਕੰਟੈਕਟ ਕਰਦੇ ਹੋ ਜਾਂ ਕਿਸੇ ਡਾਕਟਰ ਨਾਲ ਗੱਲਬਾਤ ਕਰਦੇ ਹੋ, ਪੰਜਾਬ ਰੇਡੀਓ ਦਾ ਇਸ ਵਿੱਚ ਕੋਈ ਲੈਣਾ ਦੇਣਾ ਨਹੀਂ। ਨੁਸਖੇ ਸੋਚ ਸਮਝ ਕੇ ਟਰਾਈ ਕਰਿਓ ਕਰੋ। ਕਈ ਵਾਰ ਇੱਕ ਨੁਸਖਾ ਕਿਸੇ ਨੂੰ ਫਾਇਦੇਮੰਦ ਹੋ ਜਾਂਦਾ ਹੈ ਤੇ ਉਹੀ ਨੁਸਖਾ ਕਿਸੇ ਨੂੰ ਨੁਕਸਾਨ ਵੀ ਕਰ ਸਕਦਾ ਹੈ। ਕੋਈ ਵੀ ਨੁਸਖਾ ਟਰਾਈ ਕਰਨ ਤੋਂ ਪਹਿਲਾਂ ਆਪਣੇ ਹੈਲਥ ਪ੍ਰੋਫੈਸ਼ਨਲ ਨਾਲ ਜਾਂ ਡਾਕਟਰ ਨਾਲ ਚੈੱਕ ਕਰਨਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਮੈਡੀਕੇਸ਼ਨ ਤੇ ਹੋ ਤਾਂ ਨੁਸਖਿਆਂ ਦੇ ਸਾਈਡ ਇਫੈਕਟਸ ਵੀ ਹੋ ਸਕਦੇ ਹਨ। ਬਹੁਤ ਜ਼ਰੂਰੀ ਹੈ ਜੇ ਤੁਸੀਂ ਮੈਡੀਕੇਸ਼ਨ ਤੇ ਹੋ, ਪ੍ਰੈਗਨੈਂਟ ਹੋ, ਬ੍ਰੈਸਟ ਫੀਡਿੰਗ ਕਰਦੇ ਹੋ, ਕੋਈ ਤਰ੍ਹਾਂ ਦੀ ਵੀ ਐਲਰਜੀ ਹੈ, ਕਿਸੇ ਤਰ੍ਹਾਂ ਦੀ ਵੀ ਮੈਡੀਕਲ ਸੁਪਰਵਿਜ਼ਨ ਥੱਲੇ ਹੋ, ਪਹਿਲਾਂ ਆਪਣੇ ਡਾਕਟਰ ਨਾਲ ਜਾਂ ਹੈਲਥ ਪ੍ਰੋਫੈਸ਼ਨਲ ਨਾਲ ਗੱਲਬਾਤ ਕਰਕੇ ਫਿਰ ਇਹ ਨੁਸਖਾ ਤੁਸੀਂ ਟਰਾਈ ਕਰਨਾ ਤੇ ਕਦੀ ਵੀ ਬਿਨ ਦੱਸੇ ਕਿਸੇ ਨੂੰ ਦਵਾਈ ਨਾ ਦਿਓ। Views and opinions and remedies in this show are by our listeners and not by Punjab Radio. Before trying any remedy out, please make sure you consult your health professional and your GP. ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਠੀਕ ਹੁੰਦੇ ਹੋਰ ਵੀ ਬਿਮਾਰ ਹੋ ਜਾਓ। ਸਿਹਤ ਠੀਕ ਨਹੀਂ ਹੈ ਤਾਂ ਜ਼ਰੂਰੀ ਹੈ ਕਿ ਡਾਕਟਰ ਕੋਲ ਜਾਓ, ਡਾਕਟਰ ਦੇ ਨਾਲ ਗੱਲਬਾਤ ਕਰੋ, ਡਾਇਗਨੋਸ ਕਰਾਓ ਕਿ ਬਿਮਾਰੀ ਦਾ ਕਾਰਨ ਕੀ ਹੈ ਤੇ ਫਿਰ ਉਸ ਦਾ ਹੱਲ ਲੱਭੋ। ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਨੁਸਖੇ ਟਰਾਈ ਕਰਦੇ ਹੋ ਤੇ ਬਿਮਾਰੀ ਵੱਧ ਜਾਵੇ। ਪਲੀਜ਼ ਸੋ ਜੇ ਤੁਹਾਡੀ ਸਿਹਤ ਠੀਕ ਨਹੀਂ ਹੈ ਡਾਕਟਰ ਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਤੇ ਜਿਨ੍ਹਾਂ ਨੇ ਮੈਨੂੰ ਈਮੇਲ ਮੈਸੇਜਿਸ ਭੇਜੇ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਈਮੇਲ ਦਾ ਪਤਾ ਹੈ didar@punjabradio.co.uk ਤੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੋ ਆਪਣੇ ਅਜਮਾਏ ਹੋਏ ਨੁਸਖੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਦੇ ਹਨ, ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਹਨ। ਬਹੁਤ ਹੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਸੁਣਨੇ ਵਾਲੇ ਦੱਸਦੇ ਹਨ ਕਈਆਂ ਦੇ ਦੱਸੇ ਹੋਏ ਨੁਸਖੇ ਫਾਇਦੇਮੰਦ ਹੋਏ ਹਨ। ਇਸ ਤੋਂ ਵੀ ਜ਼ਿਆਦਾ ਖੁਸ਼ੀ ਸਾਨੂੰ ਉਦੋਂ ਹੁੰਦੀ ਜਦੋਂ ਤੁਸੀਂ ਆ ਕੇ ਪ੍ਰੋਗਰਾਮ ਵਿੱਚ ਸਾਂਝ ਪਾਉਂਦੇ ਹੋ ਤੇ ਆਪਣੀ ਜ਼ਬਾਨੀ ਦੱਸਦੇ ਹੋ ਕਿ ਕਿਹੜਾ ਨੁਸਖਾ ਤੁਸੀਂ ਅਜਮਾਇਆ ਹੈ ਤੇ ਫਾਇਦੇਮੰਦ ਹੋਇਆ ਹੈ। ਇਸ ਨਾਲ ਨੁਸਖੇ ਜਾਂ ਹੈਲਥ ਟਿਪਸ ਦੱਸਣ ਵਾਲਿਆਂ ਨੂੰ ਵੀ ਖੁਸ਼ੀ ਹੋਵੇਗੀ ਤੇ ਹੋਰ ਅਜਮਾਏ ਹੋਏ ਨੁਸਖੇ ਸਾਡੇ ਨਾਲ ਸਾਂਝੇ ਕਰਨਗੇ। ਕੀ ਤੁਸੀਂ ਕੋਈ ਨੁਸਖਾ ਅਜਮਾਇਆ ਹੈ, ਕੋਈ ਟਰਾਈ ਕੀਤਾ ਹੈ, ਫਾਇਦੇਮੰਦ ਹੋਇਆ ਹੈ ਜਾਂ ਨਹੀਂ ਹੋਇਆ ਹੈਗਾ? ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ 0208848799 ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ 0208848799 ਤੇ ਚੱਲਦੇ ਹਾਂ ਦੇਖਦੇ ਹਾਂ ਆਪਣੀ ਲਿਸਟ ਦੇ ਉੱਪਰ ਕੀ ਹੈ। ਆਪਣੀ ਲਿਸਟ ਦੇ ਉੱਪਰ ਹੈਗਾ ਯੂਰੀਨ ਇਨਫੈਕਸ਼ਨ ਡਿਊਰਿੰਗ ਐਂਡ ਆਫਟਰ ਮੈਨੋਪੋਜ਼। ਤੇ ਜੇ ਤੁਹਾਡੇ ਕੋਲ ਕੋਈ ਅਜਮਾਇਆ ਹੋਇਆ ਨੁਸਖਾ ਹੈਗਾ ਇਹਦੇ ਬਾਰੇ ਕਿ ਮੈਨੋਪੋਜ਼ ਦੇ ਦਰਮਿਆਨ ਜਾਂ ਉਹਦੇ ਤੋਂ ਬਾਅਦ ਤੁਹਾਨੂੰ ਯੂਰੀਨ ਇਨਫੈਕਸ਼ਨ ਹੋਈ ਹੈ ਤੇ ਕਿਸ ਤਰ੍ਹਾਂ ਤੁਸੀਂ ਉਸਨੂੰ ਦੂਰ ਕੀਤਾ ਹੈ। Umar late 30s diagnosed with MS. Is there any support? Are there any remedies? है कोई नुस्खा जे किसी को MS ਲਈ 0208848799 ਤੇ ਨਾਲ ਉਹਨਾਂ ਨੇ ਮੈਸੇਜ ਭੇਜਿਆ ਕਹਿੰਦੇ ਕਿ ਦਵਾਈ ਦੇ ਕਾਰਨ ਪਾਇਲਸ ਤੇ ਬਲੀਡਿੰਗ ਵੀ ਸ਼ੁਰੂ ਹੋ ਗਈ ਹੈ, ਕੌਨਸਟੀਪੇਸ਼ਨ ਨਹੀਂ ਹੈਗੀ। ਜੇ ਤੁਹਾਡੇ ਕੋਲ ਤੁਸੀਂ ਹੈਲਪ ਕਰ ਸਕਦੇ ਹੋ 0208848799 ਗੋਲਡਸਟੋਨ ਤੋਂ ਕਿਸ ਤਰ੍ਹਾਂ ਬਚ ਸਕਦੇ ਹੋ? ਕਿ ਲਸਣ ਖਾਣਾ ਚੰਗਾ ਹੈ ਸਾਡੀ ਸਿਹਤ ਵਾਸਤੇ? ਕੀ ਤੁਸੀਂ ਲਸਣ ਖਾਂਦੇ ਆ? ਤੁਹਾਨੂੰ ਕੋਈ ਫਾਇਦਾ ਹੋਇਆ ਹੈ ਉਹਦਾ ਕਿ ਨਹੀਂ ਹੋਇਆ ਹੈਗਾ? 0208848799 ਦਰਦਾਂ ਲਈ ਕੋਈ ਐਸਾ ਨੁਸਖਾ ਹੈ ਜੋ ਆਪ ਨੇ ਅਜਮਾਇਆ ਹੈ ਤੇ ਫਾਇਦੇਮੰਦ ਹੋਇਆ ਹੈ? ਇਹ ਸਾਡੇ ਇੱਕ ਵੀਰ ਜੀ ਦਾ ਮੈਸੇਜ ਹੈਗਾ ਤੇ ਕਹਿੰਦੇ ਪਲੀਜ਼ ਸਾਰਿਆਂ ਨੂੰ ਪੁੱਛਿਓ ਕਿ ਜਿਹੜਾ ਉਹਨਾਂ ਨੇ ਦਰਦਾਂ ਵਾਸਤੇ ਕੋਈ ਨੁਸਖਾ ਅਜਮਾਇਆ ਤੇ ਉਹਨਾਂ ਨੂੰ ਫਾਇਦੇਮੰਦ ਹੋਇਆ ਤੇ ਆ ਕੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝ ਪਾਉਣ। ਯੂਟਰਸ ਪ੍ਰੋਲੈਪਸ ਹੋਵੇ, ਆਪਰੇਸ਼ਨ ਨਹੀਂ ਕਰਾਉਣਾ ਚਾਹੁੰਦੀ, ਸਾਡੀ ਭੈਣ ਹੈ ਕਿਸੇ ਕੋਲ ਅਜਮਾਇਆ ਹੋਇਆ ਕੋਈ ਨੁਸਖਾ, ਐਕਸਰਸਾਈਜ਼ ਵੀ ਟਰਾਈ ਕੀਤੀ ਹੈ ਤੇ ਪੁੱਛ ਰਹੇ ਹਨ ਕਿ ਜੇ ਤੁਹਾਡੇ ਕੋਲ ਕੋਈ ਨੁਸਖਾ ਹੈਗਾ ਤੇ ਪਲੀਜ਼ ਚਲੇ ਆਓ। ਸਾਰੀ ਡਰਾਈ ਸਕਿਨ ਸਾਰੀ ਬੋਡੀ ਤੇ ਕਰੀਮ ਲਾਏ ਤੇ ਵੀ ਡਰਾਈ ਸਕਿਨ ਨਹੀਂ ਰਹਿੰਦੀ ਹੈ ਤੇ ਜੇ ਤੁਹਾਡੇ ਕੋਲ ਹੈਗਾ ਕੋਈ ਨੁਸਖਾ ਤੇ ਜ਼ਰੂਰ ਚਲੇ ਆਓ। ਰਾਤ ਨੂੰ ਲੱਤਾਂ ਟੁੱਟਦੀਆਂ ਹਨ, ਰੈਸਟਲੈਸ ਲੈਗਸ, ਉਹਦਾ ਕੋਈ ਜੇ ਅਜਮਾਇਆ ਹੋਇਆ ਨੁਸਖਾ ਹੋਵੇ 0208848799 ਸੈਂਸਿਟਿਵ ਟੀਥ, ਗਮਸ ਦੀ ਪ੍ਰੋਬਲਮ,
ਤੇ ਸਾਡੇ ਇੱਕ ਵੀਰ ਦਾ ਮੈਸੇਜ ਆਇਆ ਤੇ ਉਹਨਾਂ ਨੇ ਭੈਣ ਜੀ ਗਿਆਨ ਦਾ ਬਹੁਤ ਬਹੁਤ ਧੰਨਵਾਦ ਕੀਤਾ। ਕਹਿੰਦੇ ਉਹਨਾਂ ਨੇ ਪਿੱਛੇ ਜੇ ਜਿਹੜਾ ਇੱਕ ਨੁਸਖਾ ਦੱਸਿਆ ਸੀਗਾ ਫਟਕੜੀ ਵਾਲਾ, ਤੇ ਕਹਿੰਦੇ ਉਹਦੇ ਨਾਲ ਕਹਿੰਦੇ ਮੇਰੇ ਦੰਦਾਂ ਨੂੰ ਤੇ ਮੇਰੇ ਗਮਸ ਨੂੰ ਬਹੁਤ ਬਹੁਤ ਫਾਇਦਾ ਹੋਇਆ। ਤੇ ਮੇਰੇ ਵੱਲੋਂ ਭੈਣ ਜੀ ਗਿਆਨ ਦਾ ਬਹੁਤ ਬਹੁਤ ਧੰਨਵਾਦ ਕਰ ਦੇਣਾ। ਤੇ ਨਾਲ ਹੀ ਕਹਿੰਦੇ ਜੇ ਕਿਸੇ ਕੋਲ ਕੋਈ ਹੋਰ ਵੀ ਨੁਸਖਾ ਹੋਵੇ ਸੈਂਸਿਟਿਵ ਟੀਥ ਗਮਸ ਦੇ ਵਾਸਤੇ ਤੇ ਜ਼ਰੂਰ ਚਲੇ ਆਉਣ। ਰਨਿੰਗ ਨੋਜ਼ ਤੇ ਕਹਿੰਦੇ ਹਮੇਸ਼ਾ ਰਨਿੰਗ ਨੋਜ਼ ਰਹਿੰਦਾ ਹੈ। ਤੇ ਸਾਡੀ ਭੈਣ ਵਾਸਤੇ ਮੈਸੇਜ ਆਇਆ, ਕਹਿੰਦੇ ਕਿ ਉਹਨਾਂ ਨੂੰ ਕਹੋ ਕਿ ਕਈ ਵਾਰੀ ਰਨਿੰਗ ਨੋਜ਼ ਗਰਮੀ ਦੇ ਨਾਲ ਵੀ ਹੁੰਦਾ ਆ, ਠੰਡੀਆਂ ਚੀਜ਼ਾਂ ਖਾ ਕੇ ਦੇਖਣ ਜਿਸ ਤਰ੍ਹਾਂ ਲੱਸੀ, ਜੀਰਾ, ਧਨੀਆ ਆਦਿ। ਤੇ ਜੇ ਨਹੀਂ ਵੀ ਹਟਿਆ ਹੈਗਾ ਫਿਰ ਵੀ ਤੁਸੀਂ ਚੱਲੇ ਆਓ। 020884879979 ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ। ਚੱਲਦੇ ਹਾਂ ਆਪਾਂ ਬ੍ਰੇਕ ਵੱਲ ਤੇ ਬ੍ਰੇਕ ਦੇ ਉਸ ਪਾਰ ਫਿਰ ਟੈਲੀਫੋਨ ਲਾਈਨਸ ਵੱਲ। ਪੰਜਾਬ ਰੇਡੀਓ ਦੇ ਹੈਲਥ ਸ਼ੋ ਵਿੱਚ ਘਰੇਲੂ ਨੁਸਖਿਆਂ ਦੇ ਪ੍ਰੋਗਰਾਮ ਦੇ ਵਿੱਚ ਦਿਲੀ ਜਾਨ ਤੋਂ ਆਪ ਸਾਰਿਆਂ ਦਾ ਸਵਾਗਤ ਕਰਦੇ। ਜੀ ਆਇਆਂ ਆਖਦੇ ਜਿਹੜੇ ਭੈਣ ਭਰਾ ਟੈਲੀਫੋਨ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਜਿਨ੍ਹਾਂ ਨੇ ਮੈਸੇਜਿਸ ਭੇਜੇ ਸੀ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਿਆਂ ਹੋਇਆਂ ਤੁਹਾਡੀ ਗੱਲਬਾਤ ਕਰਾਈਏ ਅੱਜ ਥੋੜ੍ਹਾ ਜਿਹਾ ਅਰਲੀ ਆਪਾਂ ਯੂਜੂਅਲ ਟਾਈਮ ਦੇ ਨਾਲੋਂ। ਤੇ ਡਾਕਟਰ ਬਲਵਿੰਦਰ ਸਿੰਘ ਜੀ ਵਾਲੀਆ ਪੱਟੀ ਸ਼ਹਿਰ ਵਾਲੇ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪੰਜਾਬ ਰੇਡੀਓ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ। ਤੇ ਤੁਹਾਡੇ ਵਾਸਤੇ ਇੱਕ ਦੋ ਮੈਸੇਜਿਸ ਵੀ ਆਏ ਸਨ। ਤੇ ਵੀਰ ਅਜਮੇਰ ਸਿੰਘ ਉਹਨਾਂ ਨੇ ਕਿਹਾ ਕਿ ਤੁਸੀਂ ਜਦੋਂ ਆਉਂਦੇ ਆ ਕਹਿੰਦੇ ਬਹੁਤ ਸੋਹਣੀ ਜਾਣਕਾਰੀ ਦੇ ਕੇ ਜਾਂਦੇ, ਛੋਟੇ ਛੋਟੇ ਨੁਸਖੇ ਵੀ ਨਾਲ ਦੱਸ ਜਾਂਦੇ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਉਹ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਜੀਭ ਦੀ ਫੋਟੋ ਭੇਜੋ, ਕਹਿੰਦੇ ਅਸੀਂ ਹੁਣ ਜੀਭ ਦੀ ਫੋਟੋ ਭੇਜ ਰਹੇ ਹਾਂ ਤੁਹਾਨੂੰ, ਤੇ ਫਿਰ ਤੁਹਾਡੇ ਨਾਲ ਸਿੱਧੀ ਗੱਲਬਾਤ ਕਰ ਲੈਣਗੇ। ਤੇ ਡਾਕਟਰ ਸਾਹਿਬ ਤੁਹਾਡੀ ਆਵਾਜ਼ ਬਹੁਤ ਸਲੋ ਆ ਰਹੀ, ਸਮਝ ਲੱਗੀ, ਦੁਬਾਰਾ ਰਿਪੀਟ ਕਰ ਦਿਓਗੇ? ਹਾਂਜੀ, ਵੀਰ ਅਜਮੇਰ ਸਿੰਘ ਉਹਨਾਂ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦੇ ਸੀਗੇ ਕਿ ਤੁਸੀਂ ਜੀਭ ਦੀ ਫੋਟੋ ਕਿਹਾ ਸੀਗਾ, ਕਹਿੰਦੇ ਉਹ ਅਸੀਂ ਤੁਹਾਨੂੰ ਭੇਜ ਦਿੱਤੀ ਆ। ਤੇ ਕਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਉਂਦੇ ਆ ਤੇ ਜਾਣਕਾਰੀ ਦਿੰਦੇ ਆ। ਤੇ ਡਾਕਟਰ ਸਾਹਿਬ ਅੱਜ ਥੈਂਕ ਯੂ ਸਾਰੇ ਦਰਸ਼ਕਾਂ ਦਾ ਥੈਂਕ ਯੂ। ਹਾਂਜੀ, ਬਾਕੀ ਜੇ ਦਰਸ਼ਕ ਨੇ ਕੋਈ ਵੀ ਲੋੜ ਹੋ ਮੇਰਾ ਫੋਨ ਸਿੱਧਾ ਨੰਬਰ ਲੈ ਕੇ ਕਾਲ ਕਰਨ। ਪਰ ਜਦੋਂ ਆ ਰੇਡੀਓ ਦਾ ਟਾਈਮ ਜਿਹੜਾ ਨਵਾਰਾ ਦੱਸ ਦੇਵੇ ਅੱਗੇ ਤੋਂ ਮੈਂ ਇਸ ਟਾਈਮ ਤੇ ਤੁਹਾਨੂੰ ਸਾਰਿਆਂ ਦੇ ਸਵਾਲਾਂ ਦਾ ਜਵਾਬ ਦਿਆ ਕਰਾਂਗਾ। ਇਸ ਟਾਈਮ ਤੁਹਾਡਾ ਮੇਰੇ ਖਿਆਲ ਹਾਂਜੀ ਇੱਕ ਦੇ ਕਰੀਬ ਹੋ ਗਿਆ ਨਾ ਤੁਹਾਡੇ। ਹਾਂਜੀ ਠੀਕ ਹੈ ਡਾਕਟਰ ਸਾਹਿਬ ਅੱਜ ਦੇ ਜਿਹੜੇ ਸਵਾਲ ਆਏ ਸੀਗੇ ਕਹਿੰਦੇ ਜੇ ਪੱਥਰੀ ਹੋਵੇ ਤੇ ਮਤਲਬ ਕਿ ਤੁਹਾਡੇ ਉਹਦਾ ਕਿਸ ਤਰ੍ਹਾਂ, ਜੇ ਛੋਟੀ ਛੋਟੀ ਹੀ ਪੱਥਰੀ ਆ ਹਾਲੇ ਸੀਰੀਅਸ ਨਹੀਂ ਹੈਗੀ, ਅਰਲੀ ਸਟੇਜ ਗੁਰਦੇ ਵਿੱਚ ਕਿਡਨੀਸ ਤੇ ਗੁਰਦੇ ਚ। ਹਾਂਜੀ ਹਾਂ, ਜਿਹਨੇ ਮੇਰੇ ਭੈਣਾਂ ਦੇ ਜਦੋਂ ਭੈਣਾਂ ਦੇ ਪੱਥਰੀ ਆ ਉਹ ਤਾਂ ਖਾਰਾ ਸੋਡਾ ਪੀਣਾ ਸ਼ੁਰੂ ਕਰ ਦਿਆਂ। ਰਾਈਟ, ਓਕੇ। ਹਾਂਜੀ, ਇੱਕ ਪੱਥਰ ਝੱਟ ਬੂਟੀ ਆਉਂਦੀ ਆ, ਉਹਦਾ ਰੋਜ਼ਾਨਾ ਇੱਕ ਪੱਤਾ ਜਿਹੜਾ ਨਹੀਂ ਉਹ ਲੈ ਖਾ ਲਿਆ ਕਰਨ। ਪੱਥਰ ਝੱਟ ਬੂਟੀ ਦਾ ਇੱਕ ਪੱਤਾ ਰੋਜ਼ ਖਾ ਲਿਆ ਕਰਨ। ਜਿਨ੍ਹਾਂ ਦੇ ਮੇਰੇ ਭਰਾਵਾਂ ਦੇ ਕੋਈ ਅਗਰ ਹੈਗੀ ਆ ਤੇ ਉਹ ਬੀਅਰ ਲੈਣ, ਤੇ ਬੀਅਰ ਨਾਲ ਪੱਥਰ ਝੱਟ ਬੂਟੀ ਜਿਹੜੀ ਉਹ ਲੈ ਸਕਦੇ। ਤੇ ਬੀਅਰ ਪੱਥਰ ਝੱਟ ਬੂਟੀ ਆ ਮਿਲ ਜਾਂਦੀ। ਤੇ ਬੀਅਰ ਕਿਹੜੀ ਲੈਣ? ਉਹ ਬੀਅਰ ਅੱਛੀ, ਕੋਈ ਬੀਅਰ ਅੱਛੀ ਲੱਗਦੀ ਸ਼ੌਂਕ ਲੈ ਲੈਣ ਕੋਈ। ਅੱਛਾ, ਕੋਈ ਵੀ ਬੀਅਰ ਲੈ ਲੈਣ ਤੇ ਨਾਲ ਉਹਨਾਂ ਵਾਸਤੇ ਬੀਅਰ ਦੇ ਨਾਲ ਪੱਥਰ ਝੱਟ ਬੂਟੀ ਖਾਣ, ਪੱਥਰ ਬੂਟੀ ਖਾ ਕੇ ਬੀਅਰ ਪੀ ਲੈਣ। 3 ਦਿਨ ਜੋ ਪੱਥਰੀ ਜਿਹੜੀ ਆਪਣੇ ਆਪ ਖੁਰ ਕੇ ਬਾਹਰ ਆ ਜਾਏ। ਰਾਈਟ, ਓਕੇ। ਤੇ ਜਿਹੜੇ ਵੀਰ ਬੀਅਰ ਨਹੀਂ ਪੀਂਦੇ ਹੈਗੇ ਉਹ ਖਾਰਾ ਸੋਡਾ ਪੀ ਲੈਣ। ਉਹ ਖਾਰਾ ਸੋਡਾ ਲੈਣ, ਖਾਰਾ ਸੋਡਾ ਉਹ ਲੈਣ। ਤੇ ਡਾਕਟਰ ਸਾਹਿਬ ਇਹ ਜਿਹੜੀ ਪੱਥਰੀਆਂ ਬਣਦੀਆਂ ਆ ਇਹਦਾ ਕਾਰਨ ਕੀ ਹੁੰਦਾ ਆ ਕਿ ਸਾਡੀ ਬੋਡੀ 'ਚ ਪੱਥਰੀਆਂ ਬਣ ਰਹੀਆਂ? ਪੱਥਰੀ ਦਾ ਇਹ ਕੋਈ ਕਾਰਨ, ਮੇਰੀਆਂ ਭੈਣਾਂ ਨੂੰ ਕੈਂਸਰ ਹੋ ਜਾਂਦੀ ਜਦੋਂ ਸ਼ਰਾਬ ਪੀਂਦੀਆਂ। ਇਸੇ ਦੇ ਪੱਥਰੀ ਕੋਈ ਬਿਮਾਰੀ ਜਿਹੜਾ ਇਹਦੇ ਬਾਰੇ ਕਹਿ ਨਹੀਂ ਸਕਦੇ। ਇਹਦੇ ਵਿੱਚ ਪਰਹੇਜ਼ ਇਹ ਹੁੰਦਾ ਪੱਥਰ ਜਿਹਨੂੰ ਹੋਵੇ ਉਹਨੂੰ ਛਿਲਕੇ ਵਾਲੀਆਂ ਦਾਲਾਂ ਨਹੀਂ ਖਾਣੀ ਚਾਹੀਦੀਆਂ, ਪਾਲਕ ਨਹੀਂ ਖਾਣੀ ਚਾਹੀਦੀ। ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਪੱਥਰੀ ਹੋਣ ਦੇ ਡਰ, ਜਿਵੇਂ ਸਾਡੇ ਜਿਹੜਾ ਤੁਹਾਡਾ ਟਮਾਟਰ ਜਿਹੜੀ ਬੀਜ ਵਾਲੀ ਚੀਜ਼ਾਂ ਨਹੀਂ ਖਾਣੀ ਮੁੱਕਦੀ ਗੱਲ। ਬੈਂਗਣ ਹੈ, ਟਮਾਟਰ ਹੈ, ਭਿੰਡੀ, ਤੋਰੀ, ਇਹਨਾਂ 'ਚ ਬੀਜ ਹੁੰਦਾ। ਬੀਜ ਵਾਲੀ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ। ਬੀਜ ਵਾਲੀ ਚੀਜ਼ਾਂ ਖਾਣ ਨਾਲ ਸਾਨੂੰ ਪੱਥਰੀ ਦਾ ਵਧਣ ਦੇ ਕਾਰਨ ਹੁੰਦੇ ਆ। ਦੂਜਾ, ਕੋਸ਼ਿਸ਼ ਕਰਨ ਛਿਲਕੇ ਵਾਲੀ ਦਾਲ ਕੋਈ ਨਾ, ਬਿਨਾਂ ਛਿਲਕੇ ਦਾਲ ਕੋਈ ਵੀ ਖਾ ਸਕਦੇ। ਛਿਲਕੇ ਵਾਲੀ ਦਾਲ ਦਾ ਪਰਹੇਜ਼ ਕਰਨਾ ਪੈਂਦਾ ਹੈ। ਸੋ ਸਾਨੂੰ ਜ਼ਿਆਦਾਤਰ ਛਿਲਕੇ ਤੋਂ ਬਗੈਰ ਦਾਲਾਂ ਖਾਣੀਆਂ ਚਾਹੀਦੀਆਂ ਹਨ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਤੇ ਦੂਸਰਾ ਉਹਨਾਂ ਨੇ ਪੁੱਛਿਆ ਸੀਗਾ, ਕਹਿੰਦੇ ਕਿ ਤੁਸੀਂ ਸਕਿਨ ਦੇ ਰੋਗਾਂ ਦੀ ਸਾਰੇ ਇਲਾਜ ਕਰਦੇ ਆ। ਤੇ ਉਹ ਸਾਡੇ ਇੱਕ ਵੀਰ ਦਾ ਚਮੜੀ ਦੇ ਵਿੱਚ ਜਿਹੜੇ ਰੋਗ, ਖਾਰਸ਼ ਹੈ, ਧੱਦਰੀ ਹੈ, ਚੰਬਲ ਹੈ, ਇਹ ਸਕਿਨ ਰੋਗ ਚ ਆ ਜਾਂਦਾ। ਜਾਂ ਜਿਹਨੇ ਸੋਰਾਇਸਿਸ ਹੋ ਜਾਂਦਾ, ਸਰੀਰ ਦੇ ਉੱਤੇ ਸਾਰੇ ਚੈਨੇ ਚ ਬਣ ਜਾਂਦੇ ਆ, ਉਹਨੂੰ ਅਸੀਂ ਕਹਿੰਦੇ ਵੀ ਸਾਨੂੰ ਸੋਰਾਇਸਿਸ ਹੋ ਗਿਆ। ਜੀ ਸੋਰਾਇਸਿਸ ਦਾ ਸਮੇਂ ਸਿਰ ਇਲਾਜ ਨਾ ਮਿਲੇ ਤੇ ਇਹ ਮੁੜ ਕੇ ਉਹ ਲਿਵਰ ਸੋਰਾਇਸਿਸ ਬਣ ਜਾਂਦਾ। ਇਹਦਾ ਕੋਈ ਇਲਾਜ ਨਹੀਂ ਹੁੰਦਾ ਮੁੜ ਕੇ। ਸੋਰਾਇਸਿਸ ਜਿਹੜਾ ਉਹ ਤੋਂ ਪਹਿਲੀ ਜਾਂ ਦੂਜੀ ਸਟੇਜ ਹੋਵੇ ਤੇ ਉਹਦਾ ਜਲਦੀ ਇਲਾਜ ਫੜਿਆ ਜਾਂਦਾ। ਜਿਹਦਾ ਸਟੇਜ ਲਾਸਟ ਸਟੇਜ ਉਦੋਂ ਲਿਵਰ ਸੋਰਾਇਸਿਸ ਹੋਣ ਦਾ ਡਰ ਹੁੰਦਾ। ਇਸ ਲਈ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਕੋਸ਼ਿਸ਼ ਕਰਨ ਆਪਣੇ ਸੋਰਾਇਸਿਸ ਨੂੰ। ਅੰਗਰੇਜ਼ੀ ਦਵਾਈਆਂ ਬਿਮਾਰੀ ਨੂੰ ਦਬਾਉਂਦੀਆਂ, ਖਤਮ ਨਹੀਂ ਕਰਦੀਆਂ। ਉਹ ਬਿਮਾਰੀ ਦਬ ਜੇ ਟੀਕਾ ਲਵਾਤਾ, ਗੋਲੀ ਖਾ ਲਈ, ਖਾਰਸ਼ ਹਟ ਗਈ, ਮਲਮ ਲਗਾਤੀ, ਬਾਹਰੋਂ ਚਮੜੀ ਸਾਫ਼ ਹੋ ਗਈ, ਹੌਲੀ ਫਿਰ 6 ਮਹੀਨਾ, 2 ਮਹੀਨਾ, 3 ਮਹੀਨੇ ਫਿਰ ਨਿਕਲ ਆਉਂਦੀ ਹੈ। ਕਈਆਂ 10 ਸਾਲ ਤੋਂ ਸੋਰਾਇਸਿਸ ਚੱਲ ਰਿਹਾ, ਉਹ ਠੀਕ ਨਹੀਂ ਹੁੰਦਾ। ਸਾਰਾ ਸਿਰ ਜਿਹੜਾ ਭਰ ਜਾਂਦਾ, ਵਿੱਚੋਂ ਚਿੱਟਾ ਸਿਰ ਹੋ ਜਾਂਦਾ, ਅੰਦਰੋਂ ਚਮੜੀ ਜਿਵੇਂ ਚਾਨੇ ਲੈਂਦੇ ਤਾਂ ਲੈਣ ਲੱਗ, ਜੇ ਮੱਛੀ ਦੇ ਚਾਨੇ ਹੁੰਦੇ ਤਾਂ ਲੈਣ ਲੱਗ ਪੈਂਦੇ ਆ। ਉਹਨਾਂ ਮੇਰੀ ਇੱਕੋ ਸਲਾਹ ਵਾ
ਵੀ ਕੋਸ਼ਿਸ਼ ਕਰਨ ਉਹ ਨਾਰੀਅਲ ਤੇਲ ਲੈਣ ਤੇ ਨਾਰੀਅਲ ਤੇਲ ਜਿਹੜਾ ਗਰਮ ਕਰਕੇ ਤੇ ਉਹਦੇ ਵਿੱਚ ਹਲਦੀ, ਗੰਢੀ ਵਾਲੀ ਹਲਦੀ ਪੀਸ ਕੇ ਉਹ ਪਾ ਕੇ ਉਹਦੀ ਲੇਪ ਲਾਣੀ ਸ਼ੁਰੂ ਕਰ ਦੇਣ। ਬਾਕੀ ਬਿਮਾਰੀ ਅੰਦਰ ਆ, ਉਹਦਾ ਇਲਾਜ ਜਿਹੜਾ ਦੇਸੀ ਦਵਾਈ ਖਾਣੀ ਪਊ। ਉਹ ਦੇਸੀ ਦਵਾਈ ਖਾਣਾ ਤੇ ਮੈਨੂੰ ਫੋਨ ਕਰ, ਮੈਂ ਦਵਾਈ ਭੇਜਾਂਗਾ, ਸਿਰਸੇ ਜੜ ਤੋਂ ਖਤਮ ਹੋ ਜਾਏਗਾ, ਇਹ ਗਰੰਟੀ ਦਵਾਂਗਾ। ਤੇ ਡਾਕਟਰ ਸਾਹਿਬ ਜੇ ਕਾਲੋਂ ਕਰੋਗੇ ਤੇ ਲਿਵਰ ਸਰਸਿਸ ਬਣ ਗਿਆ ਤਾਂ ਕਿਤੇ ਇਲਾਜ ਦੁਨੀਆ ਤੇ ਨਹੀਂ ਹੈਗਾ ਲਿਵਰ ਸਰਸਿਸ ਦਾ। ਫਿਰ ਜਦੋਂ ਫਾਈਨਲ ਸਟੇਜਿਸ 'ਚ ਆਵੇ ਸੋ ਤਾਂ ਇਹਦਾ ਮਤਲਬ ਹੈ ਜੇ ਸੋਰਾਇਸਿਸ ਹੈਗੀ ਤੁਹਾਡੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੁਣ ਇਸ ਵੇਲੇ। ਪੇਟ ਦੇ ਰੋਗਾਂ ਬਾਰੇ ਸਲਾਹ ਦੇਣਾ ਚਾਹੁੰਦਾ। ਪੇਟ ਦੇ ਰੋਗ ਜਿੰਨਾ ਪੇਟ ਖਰਾਬ ਹੈ, ਲਿਵਰ ਖਰਾਬ ਹੈ, ਲਿਵਰ ਫੈਟੀ ਹੋ ਚੁੱਕਾ ਹੈ, ਬਾਰ-ਬਾਰ ਟਾਇਲਟ ਜਾਣਾ ਪੈਂਦਾ ਹੈ, ਜਾਂ ਉਹਨਾਂ ਨੂੰ ਅਣਪਚੀ ਖੁਰਾਕ ਰਹਿੰਦੀ ਹੈ, ਥੋੜੀ ਜਿਹੀ ਖੁਰਾਕ ਖਾਦੀ ਤਾਂ ਉਸ ਵੇਲੇ ਪੋਟੀ ਆ ਜਾਂਦੀ ਹੈ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਗੈਸ ਬਣਦੀ ਹੈ, ਕਬਜ਼ ਰਹਿੰਦੀ ਹੈ। ਉਹ ਮੇਰੇ ਭੈਣ ਭਰਾ ਜਿਹੜੇ ਪੇਟ ਦੇ ਰੋਗਾਂ ਬਾਰੇ ਕੋਈ ਸਲਾਹ ਲੈਣੀ ਹੈ ਤੇ ਮੇਰਾ ਫੋਨ ਨੰਬਰ ਨੋਟ ਕਰ ਲੈਣ 9814 27434। ਮੈਨੂੰ ਫੋਨ ਕਰਕੇ ਸਿੱਧਾ ਹੀ ਕਾਲ ਕਰਕੇ ਆਪਣੀ ਬਿਮਾਰੀ ਸਾਰੀ ਦੱਸ ਕੇ, ਉਮਰ ਦੱਸ ਕੇ, ਵਜਨ ਦੱਸ ਕੇ ਫਿਰ ਉਹਨੂੰ ਸਹੀ ਇਲਾਜ ਮਿਲੇਗਾ। ਜੇ ਤਾਂ ਨਾਰਮਲ ਨੁਕਸਾ ਹੈਗਾ ਤਾਂ ਮੈਂ ਨੁਕਸਾ ਦੱਸਦਾ, ਘਰ ਬੈਠੇ ਖਾ ਲੈਣ। ਜੇ ਉਹ ਪੁਰਾਣਾ ਹੋਊਗਾ ਤਾਂ ਉਹਨੂੰ ਮੈਂ ਦਵਾਈ ਇੱਥੋਂ ਆਪਣੇ ਬਣਾ ਕੇ ਲੁਧਿਆਣੇ ਭੇਜਾਂਗਾ। ਇਸ ਕਰਕੇ ਮੇਰੀ ਸਾਰੇ ਦਰਸ਼ਕਾਂ ਨੂੰ ਸਲਾਹ ਹੈ, ਕੋਈ ਰੋਗ ਨਹੀਂ ਛੁਪਾਉਣਾ, ਨਹੀਂ ਰੋਗ ਦੀ ਖੁੱਲ੍ਹ ਕੇ ਵੱਧ ਤੋਂ ਵੱਧ ਜਿਹੜੀ ਆਪਣੀ ਜਗ੍ਹਾ ਤੁਸੀਂ ਰਿਪੋਰਟਾਂ ਕਰਾਈਆਂ ਕੋਈ ਤੇ ਉਹ ਵੀ ਮੈਨੂੰ WhatsApp ਤੇ ਭੇਜ ਸਕਦੇ ਹੋ। ਉਹ WhatsApp ਦੀ ਰਿਪੋਰਟਾਂ ਤੁਹਾਡੀਆਂ ਵੇਖ ਕੇ ਤੁਹਾਨੂੰ ਮੈਂ ਸਹੀ ਗਾਈਡ ਕਰ ਦਾਂਗਾ। ਜੇ ਰੋਗ ਮੈਂ ਠੀਕ ਕਰ ਸਕਦਾ ਗਰੰਟੀ ਨਾਲ ਠੀਕ ਕਰੂੰ, ਜੇ ਨਹੀਂ ਠੀਕ ਹੋ ਸਕਦਾ ਜਵਾਬ ਦੇ ਦਾਂਗਾ ਵੀ ਇਹ ਭਾਈ ਮੇਰੇ ਵਾਸਤੇ ਕੰਮ ਨਹੀਂ। ਸੱਚ ਦੱਸਦੇ ਕਿਸੇ ਨੂੰ ਮੈਂ ਲਮਕਾਉਂਦਾ ਨਹੀਂ, ਕਿਸੇ ਨੂੰ ਮੈਂ ਇਹ ਨਹੀਂ ਕਹਿੰਦਾ ਮੈਂ ਦਵਾਈ ਖਾਂਦੇ ਰਹੋ ਫਿਰ ਬਾਅਦ ਚ ਭਾਈ ਤੂੰ ਠੀਕ ਨਹੀਂ ਹੋਣਾ। ਜਿਹੜਾ ਰੋਗੀ ਠੀਕ ਹੋ ਸਕਦਾ ਜਾਂ ਉਹਦੇ ਨਾਲ ਦੇ ਮੈਂ ਰੋਗੀ ਠੀਕ ਕੀਤੇ ਆ ਉਹੀ ਦਵਾਈ ਮੈਂ ਭੇਜਾਂਗਾ, ਵਰਨਾ ਦੂਜੀ ਦਵਾਈ ਮੈਂ ਕੋਈ ਨਹੀਂ ਭੇਜਦਾ। ਤੇ ਡਾਕਟਰ ਸਾਹਿਬ ਜਿੰਨਾਂ ਲੋਕਾਂ ਦੇ ਮੇਰੇ ਭੈਣ ਭਰਾਵਾਂ ਦੇ, ਮੇਰੀਆਂ ਭੈਣਾਂ ਦੇ ਜੇ ਡਿਲੀਵਰੀ ਤੋਂ ਬਾਅਦ ਪੇਟ ਵੱਧ ਜਾਂਦਾ ਹੈ ਜਾਂ ਪੇਟ ਦੇ ਉੱਤੇ ਝੋਟੀਆਂ ਪੈ ਜਾਂਦੀਆਂ ਹਨ, ਉਹਨਾਂ ਦਾ ਵੀ ਮੇਰੇ ਤੋਂ ਇਲਾਜ ਹੈ। ਪੇਟ ਵੱਧ ਜਾਣਾ ਜਾਂ ਫੁੱਲ ਜਾਣਾ ਜਾਂ ਪੇਟ ਦੇ ਉੱਤੇ ਜਿਹੜੇ ਕੋਈ ਝੋੜੀਆਂ ਬਣ ਜਾਣੀਆਂ, ਪੇਟ ਜਿਹੜੇ ਸਕ੍ਰੈਚ ਜਿਹੇ ਆ ਜਾਂਦੇ ਪੇਟ ਦੇ ਉੱਤੇ, ਉਹ ਸਾਰੇ ਚਮੜੀ ਠੀਕ ਕਰਦੇ ਮੇਰੇ ਕੋਲ ਦਵਾਈ ਹੈ, ਖਾਸ ਕਰਕੇ ਔਰਤਾਂ ਦੇ ਰੋਗਾਂ ਵਾਸਤੇ। ਜਿਵੇਂ ਭੈਣਾਂ ਨੂੰ ਪੈਂਦਾ ਹੈ, ਮੈਂਸਸ ਸਮੇਂ ਸਰਦੀਆਂ ਆਉਂਦੇ ਜਾਂਦੇ ਆ, ਘੱਟ ਆਉਂਦੇ ਹਨ। ਕਈਆਂ ਮੇਰੀਆਂ ਬੇਟੀਆਂ ਨੂੰ ਇਹ ਮੈਂਸਸ ਸ਼ੁਰੂ ਤੋਂ ਨਹੀਂ ਆਏ, ਬਚਪਨ ਤੋਂ ਹੀ, ਉਹਨਾਂ ਦਾ ਵੀ ਮੇਰੇ ਕੋਲ ਇਲਾਜ ਹੈ। ਆ ਜਿਹੜਾ ਪੱਕਾ ਇਲਾਜ ਹੈ, ਗਰੰਟੀ ਦੇਵਾਂਗਾ। ਦਵਾਈ ਖਾਣ ਤੋਂ ਬਾਅਦ ਤੁਹਾਨੂੰ ਇੱਕ ਵਾਰ ਰੋਗ ਹਟਣ ਤੋਂ ਬਾਅਦ ਦੁਬਾਰਾ ਕਦੀ ਰੋਗ ਨਹੀਂ ਹੋਏਗਾ। ਅਗਰ 10 ਸਾਲਾਂ ਦੁਬਾਰਾ ਵੀ ਕਦੀ ਰੋਗ ਹੈ ਤਾਂ ਮੈਨੂੰ ਸਿੱਧਾ ਫੋਨ ਕਰਕੇ ਮੈਂ ਆਪਣੀ ਪੁੱਛ ਸਕਦੇ ਵੀ ਹਾਂ ਡਾਕਟਰ ਸਾਹਿਬ ਤੁਹਾਡੀ ਦਵਾਈ ਖਾਧੀ, ਤੁਹਾਡਾ ਅਸਰ ਵੀ ਹੈ। ਇਹਦੀ ਮੇਰੀ ਗਰੰਟੀ ਹੁੰਦੀ ਹੈ ਦਵਾਈ ਦੀ। ਤੇ ਡਾਕਟਰ ਸਾਹਿਬ ਜਾਣ ਤੋਂ ਪਹਿਲਾਂ ਉਹਦੇ ਤੇ ਸਕਿਨ ਦੇ ਉੱਪਰ ਹੀ ਹੈ ਇਹ ਕਹਿੰਦੇ ਕਿ ਮੇਰੀ ਸਕਿਨ ਜਿਹੜੀ ਆ ਸਾਰੀ ਬੋਡੀ ਤੇ ਡਰਾਈ ਬਹੁਤ ਹੋ ਜਾਂਦੀ, ਕਹਿੰਦੇ ਜੇ ਮੈਂ ਮਤਲਬ ਬਾਥ ਲਵਾਂ, ਬਾਥ ਤੋਂ ਬਾਅਦ 10-15 ਮਿੰਟ ਬਾਅਦ ਫਿਰ ਸਕਿਨ ਸਾਰੀ ਡਰਾਈ ਹੋਈ ਹੁੰਦੀ, ਉਹਦੇ ਤੇ ਚਿੱਟਾ ਜਿਸ ਤਰ੍ਹਾਂ ਸ਼ੁਰੂ ਹੋ ਜਾਂਦਾ ਆ, ਡਰਾਈਨੈਸ ਹੁੰਦੀ ਜ਼ਿਆਦਾ। ਹਾਂਜੀ, ਉਹੀ ਉਹਨਾਂ ਨੂੰ ਨਾਰੀਅਲ ਦਾ ਤੇਲ ਤੇ ਉਹਨੂੰ ਗਰਮ ਕਰਕੇ ਤੇ ਹਲਦੀ ਪਾ ਲੈਣ ਤੇ ਨਾਲ ਮਸ਼ਕਪੂਰ ਪਾ ਲੈਣ, ਮਸ਼ਕਪੂਰ ਦੀ ਟਿੱਕੀ ਪੀਸ ਕੇ ਤੇ ਉਹਨੂੰ ਗਰਮ ਕਰਕੇ ਸਾੜ ਕੇ ਤੇਲ ਨੂੰ ਫਿਰ ਥੱਲੇ ਉਤਾਰ ਕੇ ਪਾਉਣੀ ਹੈ। ਉੱਪਰ ਸੜਦੇ ਤੇਲ ਉੱਤੇ ਨਹੀਂ ਪਾਉਣੀ, ਗਰਮ ਉੱਤੇ ਨਹੀਂ ਪਾਉਣੀ, ਅੱਗ ਦੇ ਉੱਤੇ ਨਹੀਂ ਪਾਉਣੀ, ਥੱਲੇ ਉਤਾਰ ਕੇ ਜਦੋਂ ਠੰਡਾ ਹੋਣਾ ਸ਼ੁਰੂ ਉਦੋਂ ਵਿੱਚ ਆਪਣੀ ਮਸ਼ਕਪੂਰ ਦੀ ਟਿੱਕੀ 100 ਗ੍ਰਾਮ ਵਿੱਚ 4 ਟਿੱਕੀਆਂ ਤੇ 1 ਚਮਚ ਜਿਹੜੀ ਹਲਦੀ ਜਿਹੜੀ ਘਰ ਵਰਤਦੇ ਉਹ ਨਹੀਂ ਪਾਣੀ, ਕਿਉਂਕਿ ਉਹਦੇ ਨਾਲ ਉਹ ਚ ਕੈਮੀਕਲ ਬਹੁਤ ਹੁੰਦੇ ਆ। ਆਪਾਂ ਗੰਢੀ ਵਾਲੀ ਹਲਦੀ ਲਿਆਉਣੀ, ਜਿਹੜੀ ਮੋਟੀ ਹਲਦੀ ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ ਪੀਸ ਕੇ ਕੁੱਟ ਕੇ ਪੀਸ ਕੇ ਪਾਊਡਰ ਬਣਾ ਕੇ ਉਹ ਪਾਉਣਾ। ਰਾਈਟ, ਓਕੇ, ਥੈਂਕ ਯੂ ਸੋ ਮਚ ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਮੇਰਾ ਫੋਨ ਨੰਬਰ ਫਿਰ ਮੈਡਮ ਰਿਪੀਟ ਕਰ ਦਿਓ, ਟਾਈਮ ਰਿਪੀਟ ਕਰ ਦਿਓ, ਅੱਜ ਤੋਂ ਬਾਅਦ ਤੁਹਾਨੂੰ ਇਸ ਨੰਬਰ ਇਸ ਟਾਈਮ ਜ਼ਰੂਰ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ, ਆਇਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਸਨ ਡਾਕਟਰ ਬਲਵਿੰਦਰ ਸਿੰਘ ਜੀ ਵਾਲੀਆ, ਪੱਟੀ ਸ਼ਹਿਰ ਵਾਲੇ। ਟੈਲੀਫੋਨ ਨੰਬਰ ਪਲੀਜ਼ ਨੋਟ ਕਰ ਲਓ 9814027434 9814027434। ਚੱਲਦੇ ਹਾਂ ਬ੍ਰੇਕ ਵੱਲ। ਰੇਡੀਓ ਪੰਜਾਬ ਰੇਡੀਓ ਦੇ ਘਰੇਲੂ ਨੁਸਖਿਆਂ ਦਾ ਪ੍ਰੋਗਰਾਮ ਹੈਲਥ ਸ਼ੋ ਦੇ ਵਿੱਚ ਦਿੱਲੀ ਜਾਣ ਤੋਂ ਆਪ ਸਾਰਿਆਂ ਦਾ ਸਵਾਗਤ। ਮੇਰਾ ਨਾਮ ਦੀਦਾਰ, ਤੁਹਾਡਾ ਤੇ ਮੇਰਾ ਸਾਥ ਪੂਰੇ 2 ਵਜੇ ਤੱਕ। ਤੇ ਚੱਲਦੇ ਹਾਂ, ਤੁਹਾਡੀ ਗੱਲਬਾਤ ਕਰਾਉਂਦੇ ਹੁਣ ਅਸੀਂ ਵਨ ਆਫ ਦਾ ਟੌਪ ਆਯੁਰਵੈਦਿਕ ਕੰਸਲਟੈਂਟਸ ਜੋ ਕਿ ਲੈਸਟਰ ਵਿਖੇ ਹਨ, ਡਾਕਟਰ ਕਨੂਬਾਈ ਪਟੇਲ ਜੀ ਦੇ ਨਾਲ। ਡਾਕਟਰ ਕਨੂਬਾਈ, ਥੈਂਕ ਯੂ ਸੋ ਮਚ ਫॉर ਹੋਲਡਿੰਗ ਔਨ। ਵੈਲਕਮ ਟੂ ਪੰਜਾਬ ਰੇਡੀਓ। ਹੈਲੋ, ਗੁੱਡ ਆਫਟਰਨੂਨ, ਸਤਿ ਸ੍ਰੀ ਅਕਾਲ, ਨਮਸਤੇ। ਸਤਿ ਸ੍ਰੀ ਅਕਾਲ to you, Dr. Kanubai. Dr. Kanubai, first of all, you have been accepted as a member of the NHS Directory of Complementary and Alternative Practitioners in the NHS. So congratulations to you. What does this mean? हाँ, तो ये आजकल क्या हुए कि जो नेचुरल मेडिसिन ऐसे लीगलिटी में जो प्रैक्टिशनर भी है, आप भी प्रैक्टिस करना हो तो कि मैं हर्बल मेडिसिन जानती हूँ करके पेशेंट को दे सकती है, राइट? लेकिन इसमें कौन क्वालिफाइड है वो कई दफा पता ही नहीं चलता। तो एनएचएस मेक श्योर करती है कि क्वालिफाइड कहाँ है, डिग्री कैसी है, क्योंकि बहुत से लोग चालू हो गए हैं। इंडिया से भी कई लोग प्रैक्टिस के में
100 साल से मेरे बाप दादा करते थे, वो करते थे, करके प्रैक्टिस करते रहते हैं। नहीं, इंडिया में जो लीगलिटी है तो आयुर्वेदिक प्रैक्टिशनर कर सकते हैं, वहाँ भी स्ट्रिक्ट होने लगे हैं अभी, क्योंकि क्वालिफाइड जो 300 कॉलेजेस है इंडिया में भी, जी जी, जो प्रॉपर क्वालिफिकेशन देते हैं, BSM है। सो ਇਹਦਾ ਮਤਲਬ ਹੈ ਕਿ ਜੇ ਮੈਂ ਆਯੁਰਵੈਦਿਕ ਕੰਸਲਟੈਂਟ ਲੱਭਣਾ ਹੋਵੇ ਸੋ मैं पता कर सकती हूँ कि वो NHS अप्रूव्ड में रजिस्टर करना पड़ता है, फिर वो डिग्री देखेंगे। नो अगर मैं लभना होवे कोई आयुर्वेदिक डॉक्टर, तो मैं पता कर सकती हूँ। रजिस्टर करना हो तो हाँ, तो रजिस्टर करना हो तो NHS की जो उसकी मेंबरशिप होती है। नहीं ਉਹ ਡਾਕਟਰ ਕਨੂ ਭਾਈ ਹੁਣ ਜਿਸ ਤਰ੍ਹਾਂ ਤੁਸੀਂ ਰਜਿਸਟਰਡ ਆ, ਸੋ ਮੈਨੂੰ ਹੁਣ ਪਤਾ ਲੱਗ ਗਿਆ ਆ ਕਿ ਤੁਸੀਂ NHS ਦੇ ਲਿਸਟ ਦੇ ਉੱਪਰ ਰਜਿਸਟਰਡ ਆ। सर्टिफिकेट भी है इधर, या जो कोई और भी कोई ਅਸੀਂ पता बढ़ना चाहते हैं हाँ, तो वहाँ NHS में रजिस्टर कर सकते हैं। उसकी डिग्री का जो सर्टिफिकेट है वो उसको देना होता है, राइट। ओके, फिर इधर ये कंट्री में क्या है कि इंश्योरेंस किसको भी आप इवन फ्री में भी एडवाइस दो, कि कोई भी मेडिकल एडवाइस दो, हर्बल मेडिसिन की एडवाइस दो, तो इंश्योरेंस होना बहुत जरूरी है। आपने एग्जाम्पल कोई नुस्खा बताया ने उसको हार्ट अटैक हो गया, तो कई दफा पेशेंट क्या करते हैं कि ये खाने से मेरे को हुआ, तो ये आपने तो बताया कि मैंने तो गार्लिक का ही एडवाइस किया, इससे तो नहीं मर सकते पेशेंट। जी। तो ये लीगल जो सिस्टम है तो वो आपको प्रोटेक्ट करेगी कि ओके आपने जो बताया था वो सही से आपकी रीत से। सो NHS ਵਿੱਚ रजिस्टर कराਉਣ ਦੇ ਨਾਲ then मेंबरशिप फी पे करनी पड़ती है एवरी ईयर 150 पाउंड जैसा ने, वो डायरेक्ट डेबिट ले लेते हैं। राइट, ओके। सो ਤੁਸੀਂ ਜਿਹੜੇ पेशेंट्स ਆ ਉਹ ਵੀ इंश्योर्ड ਹੁੰਦੇ ਆ, इंश्योर्ड 5 मिलियन तक इंश्योर्ड होता है। राइट, ओके। हम बताते हैं इवन रेडियो पे, तो हम क्लैरिफिकेशन करते हैं, दिस इज नॉट फॉर ट्रीटमेंट फॉर एनी पेशेंट, दिस इज फॉर इंफॉर्मेशन ओनली। राइट, ओके। इफ यू वांट टू यूज दिस हर्ब्स is on responsibility, क्योंकि राइट प्रैक्टिशनर, राइट डॉक्टर, सो जो भी ਅਸੀਂ ਕੁਝ ਖਾਂਦੇ ਆ ਸੋ ਆਪਣੇ ओन रिस्क ਤੇ खाने ਤੇ ਉੱਥੇ आपको एक सूट होएगी, दूसरे को ना भी होए कई दफा पेशेंट ओपन अप नहीं होता, मेन कंडीशन नहीं बताते, कैंसर होए न कि मेरे को तो सिर्फ पेट में थोड़ा कब्जियत रहती है, तो इसीलिए कि इतना इजी नहीं है कि ये ले लो वो ले लो, क्योंकि राइट डायग्नोसिस इम्पोर्टेंट है। कोई भी प्रैक्टिशनर के आयुर्वेद के पास जाओ, एलोपैथी के पास जाओ, होम्योपैथी के जाओ, लेकिन ओपन अप होना बहुत जरूरी है। सच दसना चाहिए, मतलब बात करो मॉडर्न में कितना हो सकता है, आयुर्वेद की भी लिमिटेशन है, मॉडर्न मेडिसिन की भी लिमिटेशन है ने, प्रैक्टिशनर के साथ ओपन अप बातचीत करके फिर कोई भी ट्रीटमेंट चालू रखो। सो जिन्होंने भी तो गलबात करनी है खुल के गल करन, खुल के है ना, बहुत से प्रॉब्लम भी है। ओके, अभी जो है लोग तो डॉक्टर बदलते रहते हैं, दवाई बदलते रहते हैं, वो जीपी हमारा ये नहीं करते, क्योंकि जीपी की भी लिमिटेशन है, उसकी जो सिस्टम में है वो इतना करेगा। राइट, ओके। कि वो भी राइट है, सही है, कि वो भी किसी को कोई गलत नहीं है, लेकिन वहाँ उसकी भी लिमिट है। वो नहीं बोलेगा कि योग करने जाओ, ये परहेज करो, वो तो गोली लिख देगा, कोलेस्ट्रॉल है ओके खाते रहो, है ना। राइट, ओके। तो ये बहुत समझने का है, कोई भी रोग है वो पहले जानना है, पहला डायग्नोस कराओ। डायग्नोसिस ने मॉडर्न टेक्नोलॉजी बहुत अच्छी है, कोलेस्ट्रॉल जानना है तो ओके हमको पता चलता है, पर एग्जैक्ट फिगर है वो सिर्फ नाड़ी परीक्षा से नहीं पता चलता, तो वो ब्लड टेस्ट से पता चलता है कि ओके ये कोलेस्ट्रॉल लेवल 7 हो गया है, तो हमारा एम क्या है कि उसको घटा के 5 के अंदर ले आना है 4-5 महीने में के 6 महीने में। लेकिन कई दफा पेशेंट इग्नोर करते हैं कि मेरे को तो कुछ होता नहीं है, क्यों मैं करूं, है ना, क्यों दवाई भी ली। इवन डॉक्टर बोलते हैं स्टेटिन, तो कई लोग अभी वो भी ना बोलते हैं तो कि मेरे को नहीं लेना है, लेकिन जो परहेज करनी है, डाइट करना है, वो ना करे तो फिर वो और बढ़ेगा ने कुछ न कुछ हार्ट प्रॉब्लम के बीमारी लबो हार्ट जो कई आप सुनते भी होंगे, रिश्तेदारों में भी, रिलेटिव में भी, हमारी कम्युनिटी में। कल तो हम मिले थे, आज कैसे ऐसा हो गया, हार्ट अटैक कैसे हो गया,
लेकिन हमारी बहुत से बेदरकारी से हुआ है ने। सो ख्याल रखना चाहिए सानू अपने। मैं सभी पेशेंट को भी बोलता है कि जो NHS भी है, हम पे करते हैं नहीं, इतनी फैसिलिटीज है, तो एवरी ईयर हम गाड़ी की MOT करवाते हैं, पर खुद का ध्यान नहीं रखते। बॉडी की भी अपनी MOT कराई है ਅਸੀਂ। पुरुषों में, हाँ पुरुषों में क्या, तो मैं तो ठीक हूँ, 60 हूँ तो अभी इतना 12 घंटा काम करता हूँ, है ना, मैं ठीक है, पर चेक नहीं करवाया। चेक कराओ, जरूरी है। थैंक यू डॉक्टर कन्नू भाई। बोलो कि मेरे को एक दफा MOT करवा दो, जरूरी है। कोलेस्ट्रॉल लेवल, जो लीवर फंक्शन टेस्ट, क्योंकि अल्कोहल ने वो तो पीते रहते हैं मेजोरिटी पीपल, तो लीवर धीरे धीरे प्रॉब्लम देता ही है। उम्र दे नाल फिर ख्याल रखना। हमारी 60 के बाद डाउनवर्ड है, तो डाउनवर्ड नहीं, ਅਸੀਂ अपवर्ड ही रहना है डॉक्टर कन्नू भाई। ਅਸੀਂ 60 तो बाद अपवर्ड ही रहना, ठीक ठाक रहना सारे। वो ही है ना। हाँ वो भी हम ये दूसरा भी प्रोग्राम करते हैं, राइट, तो उसमें सभी ये ऑनलाइन फॉर्म भरना है, पिटिशन, वी नीड आयुर्वेदिक मेडिसिन इन NHS, तो फ्री मिलने लगेगी। राइट, ओके। तो वो साइन ही करना है, सपोर्ट देना है। अच्छा, जो ਤੁਹਾਨੂੰ सपोर्ट करांगे कि सानू फ्यूचर में, क्योंकि आज क्या है कि जाते हैं तो वो एलोपैथी मेडिसिन का ही NHS में है, जो डायबिटिक वाले को फ्री मिलती है। एवरी डे का कितना मिलियन का कॉस्ट है? 25 मिलियन एवरी डे का डायबिटिक के ऊपर खर्चा है, ने वो NHS दे रही है। राइट, ओके। सो एक दिन आएगा जब सानू हम बचा सकते हैं कि इतना स्पेंड करने की जरूरत नहीं है। ओके, जो इंसुलिन पे चले गए हैं तो वो भी लो, लेकिन ये जो हमारा जो आयुर्वेद है, तो वो हम प्रिवेंट कर सकते हैं। जब प्री डायबिटिक डॉक्टर बोल देते हैं, तो उसको खाने पीने से, लाइफस्टाइल चेंजेस से हम रिवर्स कर सकते हैं। लेकिन एकदम बिल्कुल पेनक्रियास बिगड़ गया है अंदर, तो फिर इंसुलिन की भी जरूरत पड़ेगी, लेकिन वो मैनेजमेंट करके फिर आप लो डोज में चला सकता है काम। थैंक यू सो मच, बहुत इंपॉर्टेंट है। ਰਾਈਟ, ਓਕੇ ਡਾਕਟਰ ਕਨੂ ਭਾਈ, ਤੁਹਾਡੇ ਵਾਸਤੇ ਕਾਫੀ ਸਵਾਲ ਵੀ ਆਏ ਹੋਏ ਹਨ, ਤੇ ਇੱਕ ਸੀਗਾ ਕਿ ਗਾਰਲਿਕ, ਜਾਨੀ ਕਿ ਆਮ ਅਸੀਂ ਕਹਿ ਦਿੰਦੇ ਗਾਰਲਿਕ ਖਾ ਲਓ, ਗਾਰਲਿਕ ਤੁਹਾਡੀ ਸਿਹਤ ਵਾਸਤੇ ਬਹੁਤ ਚੰਗਾ ਹੈ, ਇਹ ਕਾਫੀ ਬਿਮਾਰੀਆਂ ਨੂੰ ਦੂਰ ਕਰਦਾ ਹੈ। व्हाट आर योर व्यूज ऑन गार्लिक, लहसुन ते? जो कितने सालों से ये गार्लिक का प्रयोग करते ही है लोग, राइट, तो उसके लिए उसको गरीब लोगों की मस्क, है ना, कस्तूरी बताई गई है जी, क्योंकि पहले के लोग जो थे तो वो टाइम में कोलेस्ट्रॉल की स्टेटिन के वो गोली भी नहीं थी, तो भी लोग जीते थे, जो कोलेस्ट्रॉल लेवल के लिए भी बहुत है बेनिफिट है। लहसुन खाने की कई चीजों में पड़ता है, लेकिन स्वाद को भी बढ़ा देता है, लेकिन कई लोगों को पता नहीं है कि ये कितना लाभकारी है। सुबह खाली पेट खाने से बहुत सी बीमारियां दूर होती है। आयुर्वेद के अनुसार लहसुन को कच्चा खाली पेट खाने से हमें कई तरह का लाभ मिलता है। राइट, स्वाद में थोड़ा कड़वा है, तो उसमें थोड़ा सा शहद मिलाकर भी खा सकते हैं। इसके रेगुलर इस्तेमाल से हमें कई तरह की बीमारियों से मुक्ति मिलती है। एंटीऑक्सीडेंट है, एंटीबैक्टीरियल है, एंटी फंगल गुण है अंदर, और बहुत से बीमारियों में फायदा है। कोलेस्ट्रॉल को भी कम कर सकता है, हार्ट को बेटर कर सकता है। ये जो आर्टरियों में जो कोलेस्ट्रॉल जमा होता है, तो उसको धीरे धीरे पतला करते हैं। अभी डॉक्टर लोग ब्लड थिनिंग की दवाई देते हैं, तो एस्प्रिन देते हैं, वो सिमिलर काम करेगा। जो सो लहसुन दे बहुत फायदे हैं, पर किन्ना क लहसुन खाना चाहिए? बढ़ते वजन को कंट्रोल करता है, वजन को भी कम करता है। राइट, ओके। तो बहुत से भी नहीं, एक कली को आपको हनी के साथ उसका चटनी जैसा बना के थोड़ा शहद मिला के उसको इस्तेमाल कर सकते हैं। सो सवेरे सवेरे एक कली लहसुन दी लेके छोटे छोटे पीस काट के ते हनी दे विच मिक्स करके थोड़ा ऐड कर दो, तो फिर ये बिटर टेस्ट है, मुंह में स्मेल है, वो थोड़ी कम लगे। सो ਇਹਦੇ ਨਾਲ ਸਾਨੂੰ डायबिटीज को कंट्रोल करता है, बहुत ज्यादा फायदे लेवल को, हाँ, बहुत से पाचन को रखता है ठीक,
सो गार्लिक नु मतलब जो जठराग्नि बोलते हैं जी, कब्ज हो, गैस हो, उसको ये वात नाशक है, वायु के रोगों में, आर्थराइटिस में काम करता है, दांतों को रखता है मजबूत, एंटीबैक्टीरियल गुण है। तो सो लहसुन दे बहुत ज्यादा फायदे हैं। टूथ इन्फेक्शन होता है उसमें भी काम करता है, स्किन के ऊपर भी बहुत इफेक्टिव है। जैसे कि तो प्रमाण में स्किन को जो है ना इन्फेक्शन है, फंगल इन्फेक्शन है, उसमें भी आप एक्सटर्नल यूज में भी लगा सकते हैं और खाने में भी यूज कर, कोकोनट के साथ गार्लिक को बॉईल करके आप फंगल इन्फेक्शन पे लगाओ तो वो फंगल इन्फेक्शन कम हो जाती है। सो किसी दे फंगल इन्फेक्शन है नो ऊपर ऑन द टोनेल्स, सो उसके ऊपर तो कोकोनट ऑयल लो, उसके अंदर 2-3 कली छीन के थोड़ा गर्म करके फिर वो ऑयल भर लो बोतल में, वो लगाओ रेगुलरली। सो ਉਹਦੇ ਨਾਲ ਉਹ ਜਿਹੜੀ ਫੰਗਲ ਇਨਫੈਕਸ਼ਨ ਹੈ ਵੈਰੀ ਪਾਵਰਫੁਲ ਐਂਟੀਸੈਪਟਿਕ ਹੈ। ਰਾਈਟ, ਓਕੇ। ਸੋ ਖਾਣ ਦੇ ਵੀ ਫਾਇਦੇ ਹਨ ਤੇ ਇਹਨੂੰ ਤੇਲ ਦੇ ਵਿੱਚ ਮਿਕਸ ਕਰਕੇ ਲਗਾਉਣ ਦੇ ਵੀ ਫਾਇਦੇ ਹਨ। कोलेरा में भी इफेक्टिव है, कोलेरा जर्म्स को डिस्ट्रॉय करता है गार्लिक एंटी ना। पर एक कली तो ज्यादा नहीं खानी। नहीं हाँ, जास्ती नहीं, एक से भी पहले आधी चालू करो ना, आधी कली। What about, I've got quick message, what about heart patients and stroke patients? Stroke patients ले सकते हैं। तो कोई हार्म नहीं है if they are on medication? हार्म नहीं है। जो हम 25-30 केमिकल वाली गोलियां खाते हैं वहाँ नहीं पूछते हैं कितना हार्म है वो डॉक्टर ने दी है, हाँ खाने के पहले घबराते हैं कि लाओ गोली नजदीक लाओ, पहला गोलियां खा ली ऐसी। लहसुन खाने से डरते हैं, जैसे माँ का धावण है वो कितना बेनिफिशियल है, राइट। लेकिन हम डब्बे का दूध पिला के बच्चे को भी बड़े करते हैं अभी, राइट, ओके। सो कुदरत को भूल रहे हैं, इसीलिए तो ये जो महामारी भी आ रही है, दूसरा भी प्रॉब्लम आएगा, दूसरा नए वायरस आएगा, लेकिन हमारी इम्यूनिटी अच्छी होएगी। हम गलत खाना पीना कर रहे हैं, स्ट्रेस में जी रहे हैं, राइट, ओके। कनु भाई, वो रूट ऑफ द कॉज। टाइम इज रनिंग फास्ट। हे फीवर, इज गार्लिक गुड फॉर हे फीवर? गार्लिक भी गुड है। तो क्या करे? सभी बॉडी को डिटॉक्सिफाई रखनी है, इसीलिए मैं बताता हूँ कि हे फीवर आपको ठीक करना हो तो पहले से उसकी तैयारी करो। मैंने पहले भी बताया था, सिंपल हल्दी का पानी चालू कर दो तो नेक्स्ट ईयर आपको हे फीवर समर में होएगा ही नहीं, राइट। आज साल तो शुरू करो हल्दी का पानी। उसको हे फीवर को एलर्जिक राइनाइटिस भी बोलते हैं, जो पोलन काउंट हाई हो जाता है स्पेशली स्प्रिंग समर में, तो ये नाक में से रनी नोज हो जाता है, छींक आने लगती है। So if I'm suffering with the hay fever at the moment, what can I do? आपको सडनली उसको स्टॉप करना हो तो एंटीहिस्टामिन आती है, तो वो कई दफा ले लेनी पड़ती है, लाइक पिरिटन, राइट। पिरिटोन है, बहुत से अभी तो अवेलेबल है, ओवर द काउंटर विदाउट प्रिस्क्रिप्शन भी दे देता है, राइट, ओके। लेकिन हमको उसको प्रिवेंट करना है कि मेरे को ये एंटीहिस्टामिन इमरजेंसी में ठीक है, लेकिन रेगुलर नहीं चाहिए। तो ये बॉडी क्यों होता है, तो वो भी बहुत स्पष्ट वर्णन है उसमें। वायु और कफ, जो हमने सारा साल के रॉन्ग किया है, तो बॉडी में कफ, जो म्यूकस जमा हुआ है साइनस में, हमारी सिस्टम में, बॉडी में, तो बॉडी क्या करती है, उसको निकालती है स्नीजिंग से, कफ के हिसाब से। तो जो बॉडी में हम कफ ही एक्यूमुलेट ना होने देंगे तो आपको कोई रोग नहीं होएगा, इवन हे फीवर भी नहीं होएगा। नहीं, एंटी हे फीवर है टर्मरिक भी, राइट, टर्मरिक दे रहे एंटी है, तो वो थोड़ा 2-3 चुटकी गर्म पानी में सुबह शाम 2 टाइम पी सकते हैं, आधा ग्लास, राइट, ओके, ट्वाइस अ डे। उसके अंदर हनी थोड़ा ऐड कर सकते हैं। किसी को लेमन भी लेना हो तो लेमन भी ले सकते हैं। सो हनी फॉर डायबिटिक पेशेंट्स इज, तो डायबिटिक पेशेंट को हनी अवॉइड करना चाहिए, राइट। हनी तो दूर हनी से दूर। Yeah, just quickly now, urine infection during menopause and after menopause. You know, they said, got a message here, suffering with urine infection, after menopause. And then I've got one who says I've got urine infection during menopause. Yeah.
ये भी यूरिन इन्फेक्शन के लिए है ना, गोक्सूर बहुत अच्छी चीज है। गोक्सूर, कालट्रॉप्स, हाँ गोक्सूर, राइट, ओके। तो वो उसका पाउडर के हर्बल टी बना के भी पी सकते हैं और टैबलेट भी ले सकते हैं। ने कोई भी आयुर्वेदिक प्रैक्टिशनर के साथ कैसे डिस्कशन करके फिर करो प्रॉपरली। ने पुनर्नवा है, पुनर्नवा भी बेस्ट है। क्रैनबेरी जूस पी सकते हैं। ने जो स्पाइसी फूड खाते हैं वो अवॉइड करना चाहिए। So cranberry juice is good. Cranberry juice very good. Right, okay. What about lassi and things like that? लस्सी प्रमाण में ठीक है, लेकिन ये कंट्री जो है अनूप देश है। अनूप मीन्स ठंडा, तो कफ का प्रॉब्लम होएगा। तो लस्सी रात को नहीं लेनी चाहिए। जो पीनी है तो दोपहर और सुबह में, बहुत भी नहीं, क्योंकि वो म्यूकस बढ़ाती है कई दफा ना। राइट, ओके। देन डॉक्टर, जीरा पाउडर, हल्दी थोड़ी डाल के लो तो वो उसका जो गुण त्रिदोष को मिटा सके। So another one, it says 14-year-old boy suffering with the gut infection. So उसके लिए क्या ठीक है? या गट इन्फेक्शन के लिए जो जीरा का प्रयोग भी बहुत अच्छा है। जीरा का पानी बना के वो पानी पिलाओ थोड़ा थोड़ा। राइट, ओके, जीरे का पानी। So किसी को भी होए गट इन्फेक्शन? हाँ, वो पिला सकते हैं ना। फिर तो प्रॉपर प्रैक्टिशनर के साथ मिलके प्रॉपर इससे करना पड़ेगा, क्योंकि जो लॉन्ग टाइम से है तो जो सिंपल होएगा तो फिर उससे भी मिट जाता है। सिंपल हर्ब से मिट जाता है। हरड़ पाउडर है, त्रिफला है, बिल्वादी चूर्ण है, तो बहुत से ऐसी हर्ब्स होती है, लेकिन राइट वे करो तो मच बेटर। Right, okay, finally, I think time is going fast. What about joint arthritis? आर्थराइटिस के लिए मैंने बहुत से दफा पूछा है बेनिफिट्स। करो, मेथी का पानी चालू करो। आर्थराइटिस ग्लूकोजामाइन ले सकते हैं, विटामिन डी, कैल्शियम वो चालू रखो, और मसाजिंग बहुत हेल्प करता है। मालिश करनी। डॉक्टर साहब, डॉक्टर कनु भाई, they are asking about benefits of CBD oil. या कैनबिस जो ऑयल है वो पेन रिलीविंग है, पेन को अच्छा करता है, लेकिन वो भी प्रैक्टिशनर के अनुसार ही लेना चाहिए। हमारे लोग में यही प्रॉब्लम है कि कोई भी सुनते हैं कि करते हैं तो फिर बाई करके, क्योंकि सिंपल ऑयल का भी फायदा इससे भी जास्ती होता है, तो क्यों ये महंगा ऑयल कई दफा यूज करते हैं। तो राइट वे से तो उन्होंने ऑयल बारे पूछा या CBD ऑयल? CBD ऑयल हाँ पेन रिलीविंग है, आर्थराइटिस में भी यूज कर सकते हैं। कई जो एनर्जेटिक ऑयल है ना, तो दर्द को समा देते हैं। राइट, ओके। सो ले सकते हो, इफ दे आर ऑन मेडिकेशन कैन दे टेक CBD ऑयल? इसीलिए ना इतना सिंपल नहीं है। तो क्या क्या प्रॉब्लम है, क्या ड्रग ले रहे हैं, क्या क्या मेडिकेशन के ऊपर है, उसका डिस्कशन करके लेना चाहिए। थोड़े नाल चेक कर लें। सो दे नीड टू इंटरनल भी खाते हैं CBD ऑयल ने। राइट, ओके। जिन्होंने CBD ऑयल बारे पूछा है वो बेटर है कि डॉक्टर कनु भाई ना गल। हाँ, मेरे को फोन करके भी टेलीफोन नंबर आपका डॉक्टर कनु भाई? जीपी को भी बता सकते हैं कि मैं ये कर रहा हूँ साथ में। राइट, ओके। डॉक्टर कनु भाई, आपका टेलीफोन नंबर? टेलीफोन नंबर है 0116263939। ये क्लिनिक का नंबर है। मोबाइल नंबर है 0780102757 और हमारा फेसबुक के ऊपर है डॉक्टर कनु पटेल, और वेबसाइट है www.ayurvedicherbalclinic.com। थैंक यू सो मच डॉक्टर कनु भाई। थैंक यू, आपका भी। And we'll speak to you again next week then. Next week मंडे को। सर्वे भवन्तु सुखिना, सर्वे सन्तु निरामया, सर्वे भद्राणि पश्यन्तु, मा कश्चित् दुःखभाग् भवेत्। सभी हैप्पी हेल्दी रहो, एज अभ्यर्थना के साथ में विदाई लेता हूँ। थैंक यू वेरी मच। थैंक यू वेरी मच डॉक्टर कनु भाई पटेल। एंड टेलीफोन नंबर 011626633939। जे तुसी डॉक्टर कनु भाई पटेल जी दे नाल गल करनी है, उन्हां दा टेलीफोन नंबर 011626633939 ते मोबाइल हैगा 0780102757 ते जे तुसी कोई नुस्खा ट्राई करना है ते तुहानू लगदा कि मेरे लिए ठीक है या नहीं ठीक है, क्योंकि तुसी मेडिकेशन ते आ ते ओ तुहानू फ्री एडवाइस दे देणगे।
news, views, and great Punjabi music. This is Punjab Radio on 558 AM. ਪੰਜਾਬ ਰੇਡੀਓ ਦੇ ਹੈਲਥ ਸ਼ੋ ਵਿੱਚ ਘਰੇਲੂ ਨੁਸਖਿਆਂ ਦੇ ਪ੍ਰੋਗਰਾਮ ਦੇ ਦੂਸਰੇ ਦੌਰ ਵਿੱਚ ਦਿਲੀ ਜਾਨ ਤੋਂ ਆਪ ਸਾਰਿਆਂ ਦਾ ਸਵਾਗਤ ਕਰਦੇ ਹਾਂ। ਜੀ ਆਇਆਂ ਆਖਦੇ ਹਾਂ। ਮੇਰਾ ਨਾਮ ਦੀਦਾਰ, ਤੁਹਾਡਾ ਤੇ ਮੇਰਾ ਸਾਥ ਪੂਰੇ 2 ਵਜੇ ਤੱਕ। ਟੈਲੀਫੋਨ ਲਾਈਨਸ ਕਾਫੀ ਬਿਜ਼ੀ ਨੇ, ਜਿਹੜੇ ਭੈਣ ਭਰਾ ਟੈਲੀਫੋਨ ਕਰ ਰਹੇ ਨੇ। ਬਹੁਤ ਜਲਦ ਤੁਹਾਡੀ ਟੈਲੀਫੋਨ ਲਾਈਨਸ ਵੱਲ ਆਵਾਂਗੇ, ਪਰ ਤੁਸੀਂ ਹਮੇਸ਼ਾ ਹਰ ਹਫ਼ਤੇ ਇੰਤਜ਼ਾਰ ਕਰਦੇ ਹੋ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਦਾ, ਵਨ ਆਫ ਦ ਟੌਪ ਆਯੁਰਵੈਦਿਕ ਕੰਸਲਟੈਂਟਸ ਇਨ ਇੰਡੀਆ, ਸਾਡੇ ਡਾਕਟਰ ਸੁਭਾਸ਼ ਗੋਇਲ ਜੀ ਦਾ। ਤੇ ਚਲੋ ਆਓ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਨਾਲ, ਡਾਕਟਰ ਸੁਭਾਸ਼ ਗੋਇਲ ਜੀ ਨਾਲ। ਸੁਭਾਸ਼ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੰਜਾਬ ਰੇਡੀਓ ਔਰ ਪੰਜਾਬ ਰੇਡੀਓ ਦੇ ਜਿੰਨੇ ਵੀ ਲਿਸਨਰ ਨੇ ਮੇਰੇ ਭੈਣ ਭਰਾ, ਸਾਰਿਆਂ ਨੂੰ ਬਹੁਤ ਹੀ ਸਤਿਕਾਰ ਭਰੀ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਥੈਂਕ ਯੂ ਸੁਭਾਸ਼ ਜੀ। ਕਾਫੀ ਮੈਸੇਜਿਸ ਤੁਹਾਡੇ ਵਾਸਤੇ ਪਹੁੰਚ ਜਾਂਦੇ ਨੇ ਹਰ ਹਫ਼ਤੇ। ਮੈਨੂੰ ਲੱਗਦਾ ਮੈਨੂੰ ਕਹਿਣਾ ਨਹੀਂ ਪੈਂਦਾ ਤੁਸੀਂ ਕੋਈ ਮੈਸੇਜ ਦੇਣਾ ਸਾਡੇ ਡਾਕਟਰ ਸਾਹਿਬ ਨੂੰ, ਉਹ ਆਪੇ ਭੇਜ ਦਿੰਦੇ ਨੇ। ਤੇ ਪਹਿਲਾਂ ਆਇਆ ਸੀਗਾ, ਕਹਿੰਦੇ ਕਿ ਅਸੀਂ ਡਾਕਟਰ ਸਾਹਿਬ ਨੂੰ ਟੈਲੀਫੋਨ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈਗੀ, ਲਾਈਨ ਉਹਨਾਂ ਦੀ ਹਮੇਸ਼ਾ ਬਿਜ਼ੀ ਹੁੰਦੀ ਹੈ। ਅਸੀਂ ਸੋਚਿਆ ਕਿ ਤੁਹਾਡੇ ਨਾਲ ਹੀ ਗੱਲ ਕਰ ਲੈਂਦੇ ਹਾਂ। ਸਾਡੀ ਭੈਣ ਨੇ ਫਿਰ ਮੈਸੇਜ ਭੇਜਿਆ, ਕਹਿੰਦੀ ਦਵਾਈ ਪਿੱਛੇ ਜੇ ਮੰਗਵਾਈ ਸੀ ਬੇਟੇ ਲਈ ਸ਼ਰਾਬ ਛੱਡਣ ਲਈ, ਬਹੁਤ ਹੀ ਫਰਕ ਪੈ ਗਿਆ ਹੈ। ਬੇਟੇ ਨੂੰ ਖੁਦ ਆਪ ਸਵੇਰੇ ਦਵਾਈ ਲੈ ਰਿਹਾ ਹੈ ਹੁਣ, ਤੇ ਕਹਿੰਦੇ ਸ਼ਰਾਬ ਤੋਂ ਵੀ ਦੂਰ ਰਹਿ ਰਿਹਾ ਹੈ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਆ। ਤੇ ਉਹ ਕਹਿੰਦੇ ਸੀਗੇ ਕਿ ਜਿਹੜਾ ਵੀਕਨੈਸ ਬਹੁਤ ਫੀਲ ਹੋ ਰਹੀ ਹੈ, ਉਹਨਾਂ ਨੇ ਤੁਹਾਨੂੰ ਇਹੀ ਪੁੱਛਣਾ ਸੀਗਾ ਕਿ ਜਿਹੜਾ ਗੋਲਡ ਮਿਲਕ ਆ, ਉਹ ਮਤਲਬ ਜੇ ਕਿਸੇ ਨੇ ਸ਼ਰਾਬ ਛੱਡੀ ਹੋਵੇ ਉਹਨਾਂ ਵਾਸਤੇ ਵੀ ਠੀਕ ਹੈ। ਤੇ ਬਹੁਤ ਖੁਸ਼ੀ ਹੋਈ ਹੈ ਜਦੋਂ ਕੋਈ ਭੈਣ ਭਰਾ ਸਾਨੂੰ ਪੋਜ਼ੀਟਿਵ ਮੈਸੇਜਿਸ ਦਿੰਦੇ ਨੇ ਕਿ ਸਾਨੂੰ ਫਰਕ ਪਿਆ ਆ, ਤੇ ਜਾਂ ਜੇ ਨਹੀਂ ਵੀ ਫਰਕ ਪਿਆ ਹੈਗਾ ਤਾਂ ਵੀ ਆ ਕੇ ਸਾਨੂੰ ਦੱਸ ਸਕਦੇ ਨੇ। ਤੇ ਸੁਭਾਸ਼ ਜੀ, ਤੇ ਦੂਸਰਾ ਮੈਸੇਜ ਆਇਆ ਸੀਗਾ, ਕਹਿੰਦੇ ਕਿ ਗੋਡਿਆਂ ਦੇ ਵਿੱਚੋਂ ਜਦੋਂ ਗਰੀਸ ਮੁੱਕ ਜਾਏ, ਤੇ ਭੈਣ ਦਾ ਕਹਿਣਾ ਹੈਗਾ ਕਿ ਤੁਹਾਡੇ ਕੋਲੋਂ ਉਹਨਾਂ ਨੇ ਦਵਾਈ ਮੰਗਾਈ ਸੀਗੀ ਤੇ ਉਹਦੇ ਗੋਡੇ ਜਿਹੜੇ ਆ ਉਹ ਤੇ ਇੱਕਦਮ ਠੀਕ ਹੋ ਗਏ ਨੇ, ਚੱਲਦੇ ਨੇ ਗੋਡੇ। ਉਹ ਇਹ ਕਿਹੜਾ ਚਮਤਕਾਰ ਹੈ ਹੁਣ ਗੋਡਿਆਂ ਦਾ, ਦੱਸੋ। ਉਹਦੇ ਚ ਨਾ ਜੀ ਇੱਕ ਜਾਦੂ ਸੀਗਾ, ਮੈਂ ਤੁਹਾਨੂੰ ਦੱਸਦਾ ਜਾਦੂ ਕੀ ਹੈ। ਇਹ ਕਹਿਣਾ ਨੀ ਚਾਹੀਦਾ ਵਰਡ, ਇੱਕ ਡਾਕਟਰ ਵੈਦ ਲਈ ਤਾਂ ਗੱਲ ਬਣਿਆ ਨੀ ਵਰਡ, ਇਹ ਲੋਕ ਕਹਿ ਦਿੰਦੇ ਆ। ਪਰ ਮੈਨੂੰ ਜਦੋਂ ਲੋਕੀ ਕਹਿੰਦੇ, ਉਹ ਚ ਨਾ ਵਾਕਈ ਕਮਾਲ ਹੋ ਗਿਆ ਜੀ। ਉਹ ਕੀ ਹੈ, ਆਪਣੇ ਨਾ ਬਹੁਤ ਸਾਰੇ ਲੋਕਾਂ ਨੇ ਸੁਣਿਆ ਹੋਊਗਾ, ਇਹ ਨਾ ਗੂੰਦ ਹੁੰਦੀ ਹੈ, ਗੂੰਦ। ਹਾਂਜੀ। ਇਹਨੂੰ ਨਾ ਇਹਨੂੰ ਕਾਲਾ ਗੂੰਦ ਕਿਹਾ ਜਾਂਦਾ। ਕਾਲਾ ਗੂੰਦ ਜਿਹੜਾ ਹੈਗਾ ਨਾ ਜੀ, ਇਹ ਲੋਕੀ ਸੇਲ ਕਰਦੇ ਆ, ਬੜਾ ਸੇਲ ਹੁੰਦਾ, ਤੇ ਕੌੜਾ ਬਹੁਤ ਹੁੰਦਾ, ਜ਼ਹਿਰ ਨਾਲੋਂ ਜ਼ਿਆਦਾ ਕੌੜਾ ਹੁੰਦਾ। ਔਰ ਇਹਨੂੰ ਗੋਡਿਆਂ ਦੀ ਗਰੀਸ ਦੀ ਸੰਧਿਆ ਦਿੱਤੀ ਗਈ ਹੈ ਵੀ ਜਿਹੜੇ ਲੋਕੀ, ਜਿਵੇਂ ਕੋਈ ਗਲੂਕੋਜ਼ਾਮਾਈਨ ਖਾ ਰਿਹਾ, ਕੋਈ ਹੋਰ ਖਾ ਰਿਹਾ, ਕੋਈ ਹੋਰ ਦਵਾਈਆਂ ਖਾ ਰਿਹਾ, ਅਸੀਂ ਇਹਨੂੰ ਆਪਣੀ ਮੈਡੀਸਿਨ ਦੇ ਵਿੱਚ ਸ਼ਾਮਿਲ ਕੀਤਾ ਤੇ ਇਹਦਾ ਕੈਪਸੂਲ ਬਣਾ ਦਿੱਤਾ ਅਸੀਂ। ਰਾਈਟ, ਓਕੇ। ਉਹ ਜਿਹੜਾ ਕੈਪਸੂਲ ਹੈ ਨਾ ਜੀ, ਹਾਂ, ਇਹਨੂੰ ਖੁੱਲਾ ਨਹੀਂ ਅਸੀਂ ਬਣਾਇਆ, ਕਿਉਂਕਿ ਇਹਦੀ ਮਾਤਰਾ ਲੋਕੀ ਘੱਟ ਵੱਧ ਕਰ ਲੈਂਦੇ ਸੀਗੇ ਜਦੋਂ ਓਪਨ ਦਿੰਦੇ ਸੀ ਵੀ ਪਾਈਆ ਦੇ ਦਿਓ, 100 ਗ੍ਰਾਮ ਦੇ ਦਿਓ, 50 ਗ੍ਰਾਮ ਦੇ ਦਿਓ। ਬਹੁਤ ਸਾਰੇ ਵੈਦ ਵੇਚਦੇ ਆ ਏਦਾਂ ਕਰਕੇ ਵੀ, ਉਹਨੂੰ ਖੁੱਲਾ ਲੂਜ਼ ਵੇਚ ਦਿੰਦੇ ਆ। ਉਹਦਾ ਫਾਇਦੇ ਦੀ ਜਗ੍ਹਾ ਕਈ ਵਾਰੀ ਨੁਕਸਾਨ ਹੋ ਰਿਹਾ ਸੀਗਾ, ਤੇ ਆਪਾਂ ਨੇ ਇਹਨੂੰ ਕੈਪਸੂਲ ਦੇ ਵਿੱਚ ਬਣਾ ਦਿੱਤਾ। ਪ੍ਰੋਪਰ 500 ਮਿਲੀਗ੍ਰਾਮ ਉਹਦੇ ਅੰਦਰ ਜਾਂਦਾ। ਤਾਂ ਕਮਾਲ ਹੈ ਦੀਦਾਰ ਭੈਣ, ਤੁਸੀਂ ਯਕੀਨ ਕਰਿਓ, ਮੈਂ ਤੁਹਾਨੂੰ ਭੇਜੂਗਾ ਰਿਕਾਰਡਿੰਗ ਪੇਸ਼ੈਂਟ ਦੀ ਜਿਨ੍ਹਾਂ ਨੇ ਮੇਰੇ ਨਾਲ ਡਿਸਕਸ ਕੀਤਾ। ਤਾਂ ਉਸ ਤੋਂ ਬਾਅਦ ਇਹ ਬਲ ਮਿਲਦਾ ਇਹਨਾਂ ਚੀਜ਼ਾਂ ਦਾ ਕਿ ਵਾਕਈ ਇਹ, ਉਹ ਕਹਿੰਦੇ ਜੀ ਸਾਨੂੰ ਡਾਕਟਰ ਨੇ ਕਿਹਾ ਹੋਇਆ ਸੀ ਕਿ ਆਪਰੇਸ਼ਨ ਕਰਨਾ, ਸਾਡੇ ਜੀਪੀ ਨੇ ਸਾਨੂੰ ਐਡਵਾਈਸ ਕੀਤਾ ਹੋਇਆ ਸੀ ਕਿ ਆਪਰੇਸ਼ਨ ਕਰਨਾ ਪਊਗਾ। ਤੇ ਕਹਿੰਦੇ ਚਲੋ ਜਦੋਂ ਤੱਕ ਆਪਰੇਸ਼ਨ ਦਾ ਟਾਈਮ ਮਿਲ ਰਿਹਾ ਸੀ, ਅਸੀਂ ਸੋਚਿਆ ਗੋਇਲ ਤੋਂ ਮੰਗਾ ਕੇ ਕੁਝ ਖਾ ਲੈਂਦੇ ਆ, ਥੋੜਾ ਟਾਈਮ ਨਿਕਲ ਜੂਗਾ। ਤਾਂ ਉਹ ਕਹਿੰਦੇ ਟਾਈਮ ਐਸਾ ਨਿਕਲਿਆ ਜੀ, ਉਹ ਸਾਡੇ ਜੀਪੀ ਕਹਿ ਰਿਹਾ ਤੁਹਾਨੂੰ ਆਪਰੇਸ਼ਨ ਦੀ ਲੋੜ ਹੀ ਨਹੀਂ ਹੈਗੀ। ਠੀਕ ਹੈ, ਤੇ ਇਹ ਇੱਕ ਵੱਡੀ ਗੱਲ ਉਹਦੇ ਚ ਸਾਹਮਣੇ ਆਈ ਆ। ਜਿਹੜਾ ਸਾਡਾ ਕੈਪਸੂਲ ਹੈ ਨਾ ਜੀ, ਇਹ ਬਣਿਆ ਆਪਣੀ ਗੋਂਦ ਤੋਂ, ਕਾਲਾ ਗੋਂਦ ਹੈ ਜੀ, ਇਹ 4-5 ਪੇੜ ਦੀ ਗੂੰਦ ਹੁੰਦੀ ਹੈ, ਉਹ ਤੋਂ ਬਣਦਾ, ਔਰ ਇਹ ਵਾਕਈ ਕਮਾਲ ਦੀ ਚੀਜ਼ ਹੈ। ਸੋ ਇਹ ਜਿਹੜਾ ਕਾਲਾ ਗੂੰਦ ਹੈ, ਇਹ ਆਮ ਉਸ ਤਰ੍ਹਾਂ ਮਿਲ ਜਾਂਦਾ ਕਿ ਨਹੀਂ, ਇਹ ਤੁਹਾਡੇ ਕੋਲ ਹੀ ਮੰਗਾਉਣਾ ਪੈਣਾ? ਆਮ ਨਾ ਜੀ, ਐਕਚੁਅਲੀ ਇਹਦੀ ਲੈਬ ਕੋਈ ਨਹੀਂ ਹੈ, ਟੈਸਟਿੰਗ ਕੋਈ ਨਹੀਂ ਹੈ। ਅਸੀਂ ਇਹਨੂੰ ਆਪਣੀ ਜਿਹੜੀ ਸਾਡੀ ਲੈਬ ਹੈ ਉਹਦੇ ਚ ਟੈਸਟ ਕਰਕੇ ਤਿਆਰ ਕਰਦੇ ਹਾਂ। ਅਸੀਂ ਇਹ ਬਿਲੀਵ ਨਹੀਂ ਕਰਦੇ ਜਿਹੜਾ ਖੁੱਲਾ ਵਿਕਦਾ ਨਾ, ਕਈ ਲੋਕੀ ਰਸੌਂਤ ਹੀ ਵੇਚੀ ਜਾਂਦੇ ਆ, ਕਈ ਹੋਰ ਚੀਜ਼ਾਂ। ਪੰਸਾਰੀ ਕੋਲ ਜਾਓ ਨਾ, ਉਹਦਾ ਪਤਾ ਨਹੀਂ, ਜੇ ਆਪਾਂ ਜਿਵੇਂ ਜਾਮਨ ਦੀ ਗੁਠਲੀ ਵੀ ਲੈਣ ਜਾਂਦੇ ਆ ਤਾਂ ਉਹਨੂੰ ਕੀੜਾ ਵੀ ਲੱਗਿਆ ਹੁੰਦਾ, ਉਹ ਗੰਦੀ ਵੀ ਹੁੰਦੀ ਹੈ, ਚੱਕ ਕੇ ਉਹਨੇ ਉੱਦਾਂ ਹੀ ਵੇਟ ਕਰਕੇ ਦੇ ਦੇਣੀ ਹੈ। ਤਾਂ ਉਹ ਚੀਜ਼ਾਂ ਨੇ, ਇਸ ਕਰਕੇ ਇਹ ਚੀਜ਼ਾਂ ਨੂੰ ਬਹੁਤ ਕੇਅਰਫੁਲੀ ਲੈਣਾ ਚਾਹੀਦਾ। ਮੈਂ ਜਿੰਨਿਆਂ ਨੂੰ ਮੈਨੂੰ ਭੇਜਿਆ, ਮੈਂ ਤੇ ਆਪ ਹੀ ਮੈਂ ਕਹਿੰਦਾ ਹੁੰਦਾ, ਮੇਰੇ ਤੋਂ ਤੁਸੀਂ ਕਿੱਟ ਮੰਗਵਾ ਲਓ। ਸਾਡੀ ਜਿਹੜੀ 15-20 ਚੀਜ਼ਾਂ ਦੀ ਕਿੱਟ ਹੈ, ਉਹਦੇ ਵਿੱਚ ਆਪਣੇ ਘਰੇ ਰੱਖੋ ਪੱਕੇ ਤੌਰ ਤੇ, ਉਹਦੇ ਵਿੱਚ ਭੇਜ ਦਿੰਦਾ ਜੀ ਮੈਂ। ਰਾਈਟ, ਓਕੇ। ਜਿਨ੍ਹਾਂ ਨੇ ਕਿੱਟ ਮੰਗਵਾਉਣੀ ਉਹਦੇ ਵਿੱਚ ਕਾਲਾ ਗੂੰਦ ਦੇ ਟੈਬਲੇਟਸ ਵੀ ਮੰਗਵਾ ਸਕਦੇ ਨੇ। ਹਾਂ, ਇਹ ਦੁਰਲਭ ਚੀਜ਼ਾਂ ਨੇ ਜੀ ਕਿੱਟ ਦੇ ਵਿੱਚ ਜਿੰਨੀਆਂ ਰੱਖੀਆਂ ਨੇ। ਕਾਲੀ ਹਲਦੀ ਹੋ ਗਈ,
ਇਹ ਹੋ ਗਿਆ, ਵੀਟ ਗ੍ਰਾਸ ਹੋ ਗਿਆ, ਹੈ ਨਾ, ਮੋਰਿੰਗਾ ਹੋ ਗਿਆ, ਇਹ ਸਾਰੀਆਂ ਚੀਜ਼ਾਂ ਰੱਖੀਆਂ ਨੇ ਆਪਾਂ ਉਹਦੇ ਵਿੱਚ। ਪਰ ਗੋਡਿਆਂ ਦੀ ਤਾਂ ਪ੍ਰੋਬਲਮ ਕਾਫੀ ਜਣਿਆਂ ਨੂੰ ਹੈਗੀ ਆ, ਕਈ ਕਹਿੰਦੇ ਗੋਡੇ ਨਹੀਂ ਮੇਰੇ ਠੀਕ ਹੈਗੇ, ਗੋਡੇ ਮੇਰੇ ਭਾਰ ਨਹੀਂ ਪੈਂਦਾ ਹੈਗਾ, ਗੋਡੇ ਬਹੁਤ ਦੁਖਦੇ ਆ। ਤੇ ਜੇ ਉਹ ਮੈਡੀਕੇਸ਼ਨ ਦੇ ਹੋਣ ਤੇ ਇਹ ਕਾਲੇ ਗੂੰਦ ਦੀਆਂ ਜਿਹੜੀਆਂ ਟੈਬਲੇਟਸ ਤੁਸੀਂ ਕਹਿ ਰਹੇ ਆ, ਉਹਦਾ ਕੋਈ ਸਾਈਡ ਇਫੈਕਟ ਹੋਏਗਾ? ਕੋਈ ਸਾਈਡ ਇਫੈਕਟ ਨਹੀਂ ਹੈ ਜੀ ਇਹਦਾ। ਇਹ ਐਕਚੁਅਲੀ ਐਕਚੁਅਲੀ ਗਰਮ ਹੁੰਦਾ ਜੀ ਬਹੁਤ ਜ਼ਿਆਦਾ। ਕਈ ਵਾਰੀ ਮੂੰਹ ਤੇ ਪਿੰਪਲ ਨਿਕਲ ਜਾਂਦੇ ਆ, ਗਰਮੀ ਹੋ ਜਾਂਦੀ ਹੈ, ਜਿਗਰ 'ਚ ਗਰਮੀ ਹੋ ਜਾਂਦੀ ਆ, ਇਹ ਗਰਮ ਹੁੰਦਾ। ਇਸ ਕਰਕੇ ਇਹਨਾਂ ਨੂੰ ਪਿਉਰੀਫਾਈ ਕਰਕੇ ਗਵਰਨਮੈਂਟ ਤੋਂ ਸਰਟੀਫਾਈਡ ਕਰਕੇ ਇਹਨੂੰ ਕੈਪਸੂਲ ਰੂਪ ਦੇ ਵਿੱਚ ਦਿੱਤਾ ਗਿਆ। ਉਸੇ ਤਰ੍ਹਾਂ ਇਹਨੂੰ ਪ੍ਰਮੋਟ ਕੀਤਾ। ਫਸਟ ਇਹ ਆਪਣੀ ਕਲੀਨਿਕ ਹੈ ਜੀ, ਜਿੱਥੋਂ ਅਸੀਂ ਇਹਨੂੰ ਕੈਪਸੂਲ ਦੇ ਵਿੱਚ ਗਵਰਨਮੈਂਟ ਤੋਂ ਅਪਰੂਵ ਕਰਵਾਇਆ, ਔਰ ਮੇਰਾ ਖਿਆਲ ਹੈ ਵੀ ਕਈ ਲੱਖ ਪੇਸ਼ੈਂਟ ਦੇ ਉੱਤੇ ਇਹਨੂੰ ਪਹਿਲਾਂ ਅਜਮਾਇਆ ਗਿਆ। ਇਹ ਹੁਣੀ ਅਸੀਂ ਮਾਰਕੀਟ 'ਚ ਫਿਰ ਓਪਨਲੀ ਦੇ ਦਿੱਤਾ, ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਕੋਈ ਨਹੀਂ। ਹੁਣ ਦੂਜੀ ਚੀਜ਼, ਜੇ ਬਹੁਤ ਜ਼ਿਆਦਾ ਕਿਸੇ ਦੀ ਤਸੀਰ ਗਰਮ ਹੈ, ਉਹਨੂੰ ਅਸੀਂ ਕਹਿੰਦੇ ਆ ਵੀ ਤਾਜ਼ੇ ਪਾਣੀ ਨਾਲ ਲੈਣਾ। ਜੇ ਕਿਸੇ ਦੀ ਤਸੀਰ ਨਾਰਮਲ ਠੰਡੀ ਆ ਤਾਂ ਉਹਨੂੰ ਅਸੀਂ ਗਰਮ ਦੁੱਧ ਨਾਲ ਲੈਣ ਦੀ ਸਲਾਹ ਦਿੰਦੇ ਆ। ਕੋਈ ਕੰਪਲੇਂਟ ਨਹੀਂ ਆ ਰਹੀ, ਬਹੁਤ ਗੁੱਡ ਰਿਜ਼ਲਟ ਆ ਰਹੇ। ਔਰ ਸਿੰਗਲ ਕੈਪਸੂਲ, ਇਹ ਵੀ ਦੇਖੋ ਤੁਸੀਂ, ਇਹ ਨਹੀਂ ਹੈ ਕਿ ਬਹੁਤ ਸਾਰੀਆਂ ਦਵਾਈਆਂ ਲੈਣ ਦੀ ਲੋੜ ਹੈ। ਇੱਕ ਕੈਪਸੂਲ ਤੇ ਇੱਕ ਅਸੀਂ ਕਰੀਮ ਦਿੰਦੇ ਆ ਸਿਰਫ ਲਗਾਉਣ ਵਾਸਤੇ, ਗੋਡਿਆਂ ਤੇ ਦਰਦ ਵਾਸਤੇ। ਸੋ ਗੋਡਿਆਂ ਨੂੰ ਫਿਰ ਮਤਲਬ ਕਿ ਸਾਨੂੰ ਬਹੁਤੀ ਮਾਲਸ਼ਾਂ ਕਰਨ ਦੀ ਜ਼ਰੂਰਤ ਨਹੀਂ ਪਏਗੀ? ਕੋਈ ਪੇਨ ਕਿਲਰ ਲੈਣ ਦੀ ਜ਼ਰੂਰਤ ਨਹੀਂ ਜੀ, ਕੋਈ ਮਾਲਿਸ਼ ਦੀ ਲੋੜ ਨਹੀਂ। ਤੁਹਾਨੂੰ ਪਹਿਲੇ ਦਿਨ ਹੀ ਆਪਣੀ ਕਮਰ ਐਂ ਲੱਗੂਗੀ ਵੀ ਜਿਵੇਂ ਕਮਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ। ਬੈਕ ਮਤਲਬ ਇੰਨੀ ਸਟਰੋਂਗ ਹੋ ਜਾਂਦੀ ਹੈ, ਬੰਦੇ ਨੂੰ ਖੜਨ 'ਚ ਤੁਰਨ 'ਚ ਵੀ ਅੱਛਾ ਲੱਗਦਾ ਕਿ ਹਾਂ ਮੈਂ ਅੱਗੇ ਨੂੰ ਗੁੱਡ ਫੀਲ ਕਰ ਰਿਹਾ। ਤੇ ਸਮਾਜਿਆਂ ਨੂੰ ਕਿੰਨੀ ਕੁ ਦੇਰ ਲੈਣਾ ਪਏਗਾ ਬਿਫੋਰ ਸਾਨੂੰ ਪਤਾ ਲੱਗੇਗਾ ਕਿ ਹਾਂ ਵੀ ਸਾਡੇ ਗੋਡਿਆਂ ਨੂੰ ਫਰਕ ਪਿਆ? ਇਹ ਨਾ ਜੀ ਮਿਨੀਮਮ 90 ਡੇਜ਼, ਮੈਕਸਿਮਮ ਜਿਹੜਾ ਹੈਗਾ ਅਸੀਂ ਇਹ 6 ਮਹੀਨੇ ਕਹਿੰਦੇ ਆ। ਅਦਰਵਾਈਜ਼ ਇਹਦਾ 3 ਮਹੀਨੇ ਬਹੁਤ ਗੁੱਡ ਰਿਜ਼ਲਟ ਹੈ ਜੀ। 3 ਮਹੀਨੇ ਤੋਂ ਬਾਅਦ ਬਹੁਤ ਹੀ ਘੱਟ ਲੋਕਾਂ ਨੂੰ ਲੋੜ ਪੈਂਦੀ ਹੈ। ਸੋ ਇਹਦਾ ਮਤਲਬ ਹੈ ਕਿ ਜੇ ਕੋਈ ਤੁਹਾਡੇ ਕੋਲੋਂ ਇਹ ਹੁਣ ਕਾਲਾ ਗੂੰਦ ਦੀਆਂ ਟੈਬਲੇਟਸ ਮੰਗਾਏ ਤੇ ਉਹ ਇਹ ਨਾ ਸਮਝਣ ਕਿ 1 ਹਫ਼ਤੇ ਬਾਅਦ ਹੀ ਮੈਨੂੰ ਫਰਕ ਪੈ ਜਾਣਾ। ਸੋ ਐਟਲੀਸਟ 3 ਮਹੀਨੇ ਖਾਣੀਆਂ ਪੈਣੀਆਂ। 3 ਮਹੀਨਿਆਂ ਬਾਅਦ ਫਿਰ ਇਹ ਕਾਲੇ ਗੂੰਦ ਦੇ ਨਾਲ ਜਿਹੜੇ ਗਰੀਸ ਆ ਉਹ ਠੀਕ ਹੈ ਦੀਦਾਰ ਭੈਣ, ਬਿਲਕੁਲ ਤੁਸੀਂ ਗੱਲ ਠੀਕ ਕਰ ਰਹੇ ਹੋ। ਪਰ ਇਹਦਾ ਰਿਜ਼ਲਟ ਹਫ਼ਤੇ 'ਚ ਆ ਜਾਂਦਾ ਹੈ। ਹਫ਼ਤੇ 'ਚ ਪੇਸ਼ੈਂਟ ਨੂੰ ਪਤਾ ਲੱਗ ਜਾਂਦਾ ਵੀ ਹਾਂ ਇਹ ਦਵਾਈ ਜਿਹੜੀ ਆ ਇਹ ਵਾਕਈ ਕੰਮ ਕਰ ਰਹੀ ਆ। ਪਹਿਲਾਂ ਅਸੀਂ ਇੰਨਾ ਇਹਨੂੰ ਪ੍ਰਮੋਟ ਨਹੀਂ ਸੀ ਕਰਦੇ, ਇਹ ਹੁਣ ਨਹੀਂ ਅਸੀਂ ਕੀਤਾ। ਇੱਕ ਕੱਲ ਬਲਕਿ ਤੁਹਾਡੇ ਭੈਣ ਦਾ ਫੋਨ ਆਇਆ ਮੈਨੂੰ, ਉੱਥੇ ਉਹਨਾਂ ਨੇ ਕਾਲਾ ਗੋਂਦ ਲੂਜ਼ ਮੰਗਾਇਆ ਹੁਣ ਅੱਗੇ ਤੋਂ। ਉਹ ਮੈਨੂੰ ਉਹਦੇ ਗੋਂਦ ਦੀ ਤਾਰੀਫ ਇੰਨੀ ਕਰੇ, ਕਹਿੰਦੀ ਵੀਰ ਜੀ ਇਹਨੂੰ ਤਾਂ ਤੁਸੀਂ ਹਰੇਕ ਪੇਸ਼ੈਂਟ ਨੂੰ ਦਿਓ। ਮੈਂ ਕਿਹਾ ਵੀ ਕਹਿੰਦੀ ਮੈਨੂੰ ਪਿੰਪਲ ਨਿਕਲ ਜਾਂਦੇ ਨੇ, ਹੋਰ ਹੋ ਜਾਂਦਾ, ਤਾਂ ਕਰਕੇ ਅਸੀਂ ਥੋੜਾ ਬੰਦ ਕਰ ਲੈਂਦੇ ਹਾਂ। ਔਰ ਇਹਨੂੰ ਫਿਰ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਕੈਪਸੂਲ 'ਚ ਬਣਾਈ ਹੋਈ ਆ, ਜਿਹੜੀ ਮਤਲਬ ਬਿਲਕੁਲ ਕੋਈ ਸਾਈਡ ਇਫੈਕਟ ਨਹੀਂ ਆਉਂਦਾ। ਸੋ ਜਿਹੜਾ ਇਹ ਗੋਡਿਆਂ ਦਾ ਆ, ਗੋਡਿਆਂ ਵਾਸਤੇ ਕਾਲਾ ਗੂੰਦ ਦੀਆਂ ਜਿਹੜੀਆਂ ਟੈਬਲੇਟਸ ਆ ਬਹੁਤ ਫਾਇਦੇਮੰਦ ਹੈਗੀਆਂ, ਤੁਸੀਂ ਕਹਿ ਰਹੇ ਇਹ? ਹਾਂ ਬਿਲਕੁਲ 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 ਰਾਈਟ। ਇਹਦੇ ਹੋਰ ਵੀ ਕੀ ਫਾਇਦੇ ਹੁੰਦੇ ਨੇ ਗੋਡਿਆਂ ਤੋਂ ਇਲਾਵਾ? ਜਿੱਦਾਂ ਨਾ ਲੋਕਾਂ ਦੇ ਸਰੀਰ ਦੇ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਜੀ, ਸਰੀਰ ਬਿਲਕੁਲ ਹੀ ਥਕਾਵਟ, ਮਤਲਬ ਇਹ ਕਹਿ ਲਓ ਵੀ ਜੇ ਬੰਦਾ ਕਹਿੰਦਾ ਨਾ ਵੀ ਮੈਂ ਲਾਈਫ ਜਿਉਣੀ ਆ, ਤੰਦਰੁਸਤ ਜਿਉਣੀ ਆ, ਜ਼ਿੰਦਗੀ ਤਾਂ ਆਪਾਂ ਕਹਿੰਦੇ ਵੀ 100 ਸਾਲ ਦੀ ਹੋਵੇ, ਪਰ ਨਾਲ ਅਸੀਂ ਇਹ ਕਹਿੰਦੇ ਕਿ 100 ਦੀ 100 ਤੰਦਰੁਸਤ ਹੋਵੇ, ਬਿਮਾਰ ਨਾ ਹੋਵੇ ਬੰਦਾ, ਹਨਾ। ਤਾਂ ਇਹ ਮਤਲਬ ਕਿ ਤੁਹਾਨੂੰ ਬੈੱਡ ਤੇ ਨਹੀਂ ਪੈਣ ਦੇਗੀ, ਇਹ ਤੁਹਾਨੂੰ ਤੰਦਰੁਸਤ ਰੱਖੇਗੀ। ਇੰਨੀ ਵਧੀਆ ਚੀਜ਼। ਚਲੋ ਵੀ ਅਸੀਂ ਕਰੀ ਪੈਰੀ ਤੁਰੇ ਫਿਰਾਂਗੇ ਹੁਣੇ ਖਾ ਕੇ ਕਾਲੇ ਗੂੰਦ ਦੀ ਟੈਬਲੇਟ। ਰਾਈਟ ਚੀਜ਼ ਹੈ, ਮਤਲਬ ਗੁੱਡ ਹੈ। ਇਹਨੂੰ ਤੁਸੀਂ ਗੂਗਲ ਸਰਚ ਕਰਿਓ। ਕੈਪਸੂਲ ਹਲੇ ਕਿਸੇ ਨੇ ਨਹੀਂ ਬਣਾਇਆ, ਮੈਂ ਵੀ ਹਲੇ ਆਪਣੇ ਗੂਗਲ ਤੇ ਨਹੀਂ ਭੇਜਿਆ ਉਹਨੂੰ। ਹਲੇ ਲੋਕੀ ਵੈਸੇ ਹੀ ਵੇਚ ਰਹੇ ਆ, ਪਰ ਇਹ ਫਸਟ ਟਾਈਮ ਆਪਾਂ ਨੇ ਇਹਦੀ ਕੈਪਸੂਲ ਨੂੰ ਲਾਂਚ ਕਰਤਾ। ਸੋ ਗੋਡਿਆਂ ਵਾਸਤੇ ਆਸ ਹੈਗੀ ਆ ਹੁਣ? ਠੀਕ ਹੈ, ਗੋਡੇ ਪੂਰੀ ਉਮੀਦ ਹੈ। ਹਾਂ, ਗੋਡੇ, ਬੈਕ ਪੇਨ ਜਿੰਨੀ ਵੀ ਹੈ, ਕਮਰ ਦੀ ਦਰਦ ਹੈ, ਮੋਢੇ ਦੁਖਦੇ ਆ, ਲੱਤਾਂ, ਹੱਡੀਆਂ, ਬਾਹਾਂ 'ਚ ਤੁਰੇ ਜਾਂਦੇ ਸਾਹ ਚੜ ਜਾਂਦਾ। ਜਿਹੜੇ ਸਾਡੇ ਇੱਥੇ ਜਿਮ ਨੇ ਜੀ ਚੰਡੀਗੜ੍ਹ 'ਚ, ਸਾਰੇ ਜਿਮ ਤੇ ਅਸੀਂ ਇਹ ਦਿੱਤਾ ਵੀ ਮੁੰਡਿਆਂ ਨੂੰ ਇਹ ਦਿਓ। ਸਿਆਟਿਕਾ ਵਾਸਤੇ ਬਹੁਤ ਗੁੱਡ ਹੈ ਜੀ, ਸੈਟਿਕਾ ਪੇਨ ਦੇ ਵਿੱਚ ਬਹੁਤ ਗੁੱਡ ਹੈ। ਰਾਈਟ, ਓਕੇ। ਤੇ ਹੁਣ ਆ ਜਾਂਦੇ ਆਪਾਂ ਹੇ ਫੀਵਰ ਦੇ ਉੱਪਰ, ਕਿਉਂਕਿ ਤੁਹਾਨੂੰ ਪਿਛਲੇ ਹਫਤੇ ਮੈਸੇਜ ਭੇਜੇ ਸੀਗੇ ਕਿ ਹੇ ਫੀਵਰ ਦੇ ਉੱਤੇ ਪੁੱਛ ਰਹੇ ਨੇ ਕਿ ਹੇ ਫੀਵਰ ਵਾਸਤੇ ਤੁਸੀਂ ਤੁਹਾਡੀ ਰਿਸਰਚ ਦੇ ਹਿਸਾਬ ਦੇ ਨਾਲ ਕੀ ਖਾ ਸਕਦੇ ਨੇ? ਇਹਦਾ ਇੱਕ ਸੀਜ਼ਨਲ ਐਲਰਜੀ ਹੈ ਜੀ। ਆਪਣੇ ਉੱਥੇ ਤਾਂ ਵੈਸੇ ਹੀ ਠੰਡ ਰਹਿੰਦੀ ਹੈ, ਕਈ ਵਾਰੀ ਇਹ ਰਹਿੰਦੀ ਹੈ, ਰਨਿੰਗ ਨੋਜ਼ ਹੋ ਗਈ, ਹੋਰ ਛੋਟੀ ਛੋਟੀ ਚੀਜ਼ਾਂ ਨੇ। ਤਾਂ ਇਹਦੇ ਵਾਸਤੇ ਸਭ ਤੋਂ ਬੈਸਟ ਮੈਂ ਤੁਹਾਨੂੰ ਦੱਸ ਦਿੰਦਾ, ਕਿਸੇ ਦਵਾਈ ਦੇ ਚੱਕਰ 'ਚ ਪੈਣ ਦੀ ਲੋੜ ਨਹੀਂ ਹੈ। ਇੱਕ ਤਾਂ ਬੇਸਨ ਲੈਣਾ ਆਪਾਂ ਨੇ। ਬੇਸਨ 1 ਚਮਚ ਰਾਤੀ ਗਰਮ ਕਰਕੇ ਨਾ ਜੀ, ਦੁੱਧ ਦੇ ਵਿੱਚ ਘੋਲ ਕੇ ਗਰਮ ਕਰਕੇ ਉਬਾਲ ਕੇ ਆਪਾਂ ਉਹ ਦੁੱਧ ਪੀਣਾ ਸੌਣ ਲੱਗੇ। ਉਹਦੇ ਨਾਲ ਜਿਹੜਾ ਨੋਜ਼ ਦਾ ਇਨਫੈਕਸ਼ਨ ਹੈ ਉਹ ਖਤਮ ਹੁੰਦਾ, ਔਰ ਗਲੇ ਦਾ ਇਨਫੈਕਸ਼ਨ ਖਤਮ ਹੁੰਦਾ, ਬਹੁਤ ਰਿਲੀਫ ਮਿਲਦਾ। ਤੇ ਦੂਸਰੀ ਚੀਜ਼ ਉਹਦੇ ਵਾਸਤੇ ਸਭ ਤੋਂ ਬੈਸਟ ਜਿਹੜੀ ਆ ਉਹ ਹੈ ਕਾਲੀ ਹਲਦੀ। ਤੁਸੀਂ ਗੂਗਲ ਸਰਚ ਕਰਕੇ ਦੇਖਣਾ। ਮੈਂ ਨਾਲ ਇਹ ਗੱਲ ਤਾਂ ਕਹਿਣਾ ਹੁੰਦਾ
ਕਿ ਅੱਜ ਕੱਲ ਗੁਰੂ ਨਾਲੋਂ ਜ਼ਿਆਦਾ ਗੂਗਲ ਗੁਰੂ ਦੀ ਗੱਲ ਸਮਝ ਆਉਂਦੀ ਹੈ ਆਪਣੇ ਬੱਚਿਆਂ ਨੂੰ ਤਾਂ ਉਹਦੇ 'ਚ ਇਹ ਕਲੀਅਰ ਹੋ ਜਾਂਦੀ ਹੈ। ਕਈ ਚੀਜ਼ਾਂ ਅਸੀਂ ਦੱਸ ਨਹੀਂ ਪਾਉਂਦੇ, ਉਹ ਗੂਗਲ ਗੁਰੂ ਤੋਂ ਸਮਝ ਆ ਜਾਂਦੀ ਹੈ ਕਿ ਇਹ ਕਾਲੀ ਹਲਦੀ ਦਾ ਮਤਲਬ ਜਿਹੜਾ ਗੋਇਲ ਸਾਹਿਬ ਨੇ ਦੱਸਿਆ, ਕਾਲੀ ਹਲਦੀ ਮਤਲਬ ਕਾਲੀ ਹਲਦੀ ਉਹ ਨਹੀਂ ਹੈਗੀ ਜਿਹੜੀ ਆਪਣੇ ਕਿਚਨ 'ਚ ਪਈ ਹੈ ਪੀਲੇ ਰੰਗ ਦੀ। ਇਹ ਇੱਕ ਡਿਫਰੈਂਟ ਪ੍ਰਜਾਤੀ ਹੈ। ਇਹਨੂੰ ਲੈਣ ਦੇ ਨਾਲ ਜਿਹੜੀ ਬ੍ਰੇਨ ਵਾਇਰਸ ਤੋਂ ਪ੍ਰੋਬਲਮ, ਕਿਸੇ ਕਿਸਮ ਦੀ ਵੀ ਇਸ ਤਰ੍ਹਾਂ ਦੀ ਕੋਈ ਇਨਫੈਕਸ਼ਨ ਆਉਂਦੀ ਆ, ਉਹਦਾ ਇਹ ਦੁਸ਼ਮਣ ਹੈ ਕਾਲੀ ਹਲਦੀ। ਮਤਲਬ ਇਹਨੂੰ ਅਸੀਂ ਕਬਜ਼ ਕਹਿ ਸਕਦੇ ਹਾਂ। ਇਹ ਤੁਸੀਂ ਆਪਣੇ ਘਰੇ ਮੰਗਾਓ। ਜਿਹੜੀ ਮੈਂ ਕਿੱਟ ਬਣਾਈ ਹੋਈ ਆਪਣੇ ਕਿਚਨ ਵਾਸਤੇ, ਸਪੈਸ਼ਲ ਕਿੱਟ ਬਣਾਈ ਹੈ ਜੀ ਮੈਂ 24-25 ਆਈਟਮਾਂ ਦੀ, ਉਹਦੇ ਵਿੱਚ ਵੀ ਇਹ ਅਸੀਂ ਪਾ ਕੇ ਭੇਜਦੇ ਹਾਂ। ਔਰ ਉਹ 'ਚ ਮੈਂ ਦੁਰਲਭ ਚੀਜ਼ਾਂ ਹੀ ਪਾ ਕੇ ਭੇਜਦਾ ਜੀ। ਇਹ ਜਿਵੇਂ ਵੀਟ ਗ੍ਰਾਸ ਹੋ ਗਿਆ, ਮੋਰਿੰਗਾ ਪਾਊਡਰ ਹੋ ਗਿਆ, ਇਹ ਮਤਲਬ ਸਾਰੀਆਂ, ਕਾਲੀ ਹਲਦੀ, ਸ਼ਿਲਾਜੀਤ, ਇਹ ਚੀਜ਼ਾਂ, ਲੌਂਗ ਦਾ ਤੇਲ, ਬਦਾਮ ਦਾ ਤੇਲ। ਜਿਹੜੀ ਰਾਤ ਨੂੰ ਕੋਈ ਤਕਲੀਫ ਹੁੰਦੀ ਹੈ, ਬੰਦਾ ਲੈਵੇ, ਉਹਨੂੰ ਨੀਂਦ ਅੱਛੀ ਆ ਜੇ, ਜਿਵੇਂ ਮਤਲਬ ਪੇਟ ਖਰਾਬ ਰਹਿੰਦਾ ਹੈ, ਕਬਜ਼ ਹੈ, ਲੂਜ਼ ਮੋਸ਼ਨ ਹੋ ਗਏ, ਉਹ ਸਾਰੇ ਚੂਰਨ ਵਗੈਰਾ ਮੈਂ ਉਹ 'ਚ ਸੈੱਟ ਕਰਦੇ ਤਾਂ ਕਿ ਕਿਸੇ ਨੂੰ ਜ਼ਿਆਦਾ ਪੈਸੇ ਖਰਚ ਕਰਕੇ, ਔਰ ਉਹ 3 ਸਾਲ ਉਹਦੀ ਗਰੰਟੀ ਹੈ ਜੀ, ਖਰਾਬ ਨਹੀਂ ਹੁੰਦੀ। ਦੂਜੀ ਗੱਲ, ਉਹ ਖਤਮ ਵੀ ਨਹੀਂ ਹੁੰਦੀ ਛੇਤੀ। ਤੇ ਸੁਭਾਸ਼ ਜੀ, ਸਪੋਜ਼ ਹੁਣ ਮੈਨੂੰ ਮਤਲਬ ਕਿ ਇਹ ਫੀਵਰ ਹੋਇਆ ਹੈ, ਸੋ ਤੁਸੀਂ ਕਹਿੰਦੇ ਕਿ ਬੇਸਣ ਤੇ ਦੁੱਧ ਦੇ ਵਿੱਚ ਬੋਇਲ ਕਰਕੇ ਉਹ ਪੀਣ ਦੇ ਨਾਲ ਉਹਦੇ ਵਿੱਚ ਕੋਈ ਬਟਰ ਵਗੈਰਾ ਤੇ ਕੁਝ ਨਹੀਂ ਪਾਉਣਾ ਹੈਗਾ ਨਾ? ਕੁਛ ਨਹੀਂ ਪਾਣਾ ਜੀ, ਉਹਨੂੰ ਸਿਰਫ ਆਪਾਂ ਨੇ ਬੋਇਲ ਕਰਕੇ ਪੀਣਾ। ਜੇ ਮੇਰੀ ਭੈਣ ਨੂੰ ਹੋਇਆ ਤਾਂ ਮੈਂ ਤਾਂ ਫ੍ਰੀ ਭੇਜ ਦੂੰਗਾ, ਹਲਦੀ ਮੇਰੇ ਤੋਂ ਮੰਗਾ ਲਿਓ, ਕਾਲੀ ਹਲਦੀ ਭੇਜਾਂ। ਤੇ ਜਿਹੜੀ ਕਾਲੀ ਹਲਦੀ ਹੈ ਉਹ ਕਿਸ ਮਤਲਬ ਕਿ ਇਹ ਕਿਸ ਤਰ੍ਹਾਂ ਖਾਣੀ ਹੈ ਇਹ ਕਾਲੀ ਹਲਦੀ? ਉਹਦਾ ਪਾਊਡਰ ਹੁੰਦਾ ਜੀ, ਅੱਧਾ ਚਮਚ ਆਪਾਂ ਨੇ ਬਸ ਲੈ ਕੇ ਪਾਣੀ 'ਚ ਘੋਲ ਕੇ ਨਾ ਉਹਨੂੰ ਪੀ ਲੈਣਾ। ਰਾਈਟ, ਓਕੇ, ਪਾਣੀ ਵਿੱਚ ਮਿਕਸ ਕਰਕੇ ਉਹ ਲੈਣੀ। ਤੇ ਇਹ ਹੇ ਫੀਵਰ ਜਿਹੜੇ ਹੈਗੇ, ਜਿਨ੍ਹਾਂ ਨੂੰ ਹੇ ਫੀਵਰ ਆ, ਉਹਨਾਂ ਨੂੰ ਹੇ ਫੀਵਰ ਤੋਂ ਬਚਾਉਂਦੀ ਹੈ। ਬਹੁਤ ਵਧੀਆ, ਬੇਸਨ ਤੇ ਕਾਲੀ ਹਲਦੀ, 2 ਚੀਜ਼ਾਂ। ਇਹਦੇ 'ਚ ਮੈਡੀਸਿਨ ਕੋਈ ਨਹੀਂ ਕੰਮ ਕਰਦੀ ਜੀ। ਸੀਤੋਪਲਾਦੀ ਚੂਰਨ ਵੀ ਇਹਦੇ 'ਚ ਹੈਲਪ ਕਰਦਾ, ਮਤਲਬ ਹੈਲਪਿੰਗ ਪ੍ਰੋਡਕਟ ਮਿਲ ਜਾਣਗੇ ਇਹਦੇ 'ਚ, ਤੁਹਾਨੂੰ ਕੋਈ ਵੀ ਦਵਾਈ ਨਹੀਂ ਹੈਗੀ। ਔਰ ਹੈਲਪ ਜਿਹੜੀ ਕਾਲੀ ਹਲਦੀ ਨੇ ਕਰ ਦੇਣੀ, ਉਹ ਕਿਸੇ ਚੀਜ਼ ਨੇ ਨਹੀਂ ਕਰਨੀ। ਸੋ ਤੁਹਾਡੇ ਰਿਸਰਚ ਦੇ ਹਿਸਾਬ ਦੇ ਨਾਲ ਹੁਣ ਕਾਲੀ ਹਲਦੀ ਦੀ ਜਿਹੜੀ ਹੇ ਫੀਵਰ ਸਫਰਰਸ ਹੈ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ। ਤੇ ਹੁਣ ਬਹੁਤ ਫਾਇਦੇਮੰਦ, ਹਾਂਜੀ। ਤੇ ਹੁਣ ਆ ਗਏ ਆ ਆਪਾਂ ਲਸਣ ਦੇ ਉੱਤੇ। ਤੇ ਸਾਨੂੰ ਮੈਸੇਜਿਸ ਆਏ ਸੀ, ਕਹਿੰਦੇ ਅਸੀਂ ਲਸਣ ਖਾਂਦੇ ਹਾਂ, ਪਰ ਸਾਨੂੰ ਇੰਨਾ ਪਤਾ ਕਿ ਕਹਿੰਦੇ ਲਸਣ ਚੰਗਾ ਹੁੰਦਾ ਆ ਖਾਣਾ, ਪਰ ਇਹ ਨਹੀਂ ਪਤਾ ਹੈਗਾ ਕਿ ਕਿੰਨਾ ਖਾਣਾ, ਕਿਉਂ ਖਾਂਦੇ ਹਾਂ ਅਸੀਂ ਲਸਣ, ਤੇ ਕਿਹੜੇ ਟਾਈਮ ਤੇ ਖਾਣਾ ਚਾਹੀਦਾ। ਜਿਹੜਾ ਲਸਣ ਹੈ ਨਾ ਜੀ, ਇਹ ਸਾਡੇ ਬਲੱਡ ਨੂੰ ਪਤਲਾ ਰੱਖਦਾ ਹੈ, ਬਲੱਡ ਸਰਕੂਲੇਸ਼ਨ ਨੂੰ ਠੀਕ ਰੱਖਦਾ, ਹਾਰਟ ਦੀ ਬਲੌਕੇਜ ਦੇ ਵਿੱਚ ਹੈਲਪ ਕਰਦਾ। ਪਰ ਇਹਦੇ 'ਚ ਲੋਕੀ ਕਰਦੇ ਕੀ ਆ, ਲੋਕੀ ਨਾ ਥੋੜੇ ਦਿਨ ਖਾ ਲੈਂਦੇ ਆ, ਬੰਦ ਕਰ ਦਿੰਦੇ ਆ। ਥੋੜੇ ਦਿਨ ਹੁਣ ਜੇ ਆਪਾਂ ਗੁਰਦੁਆਰੇ ਵੀ ਜਾਣ ਲੱਗ ਜਾਈਏ ਨਾ ਰੈਗੂਲਰ, ਜੇ ਇੱਕ ਦਿਨ ਨਾ ਜਾਈਏ, ਉੱਥੇ ਵੀ ਬਾਬਾ ਜੀ ਮਿਸ ਕਰਨ ਲੱਗ ਜਾਂਦੇ ਆ ਆਪਾਂ ਨੂੰ, ਵੀ ਅੱਜ ਉਹ ਵਾਲਾ ਭਗਤ ਨਹੀਂ ਆਇਆ ਮੇਰਾ, ਹੈਨਾ। ਤੇ ਇਸ ਕਰਕੇ ਨਾ ਇਹ ਬੋਡੀ ਵੀ ਸਾਡੀ ਮਿਸ ਕਰਦੀ ਹੈ। ਜੇ ਅਸੀਂ ਰੋਜ਼ ਖਾਂਦੇ ਆ ਕੋਈ ਚੀਜ਼ ਨੂੰ ਰੈਗੂਲਰ, ਇੱਕ ਦਿਨ ਨਹੀਂ ਖਾਂਦੇ, ਉਹ ਮਿਸ ਕਰਦੀ ਹੈ, ਤਾਂ ਉਸ ਦਿਨ ਫਿਰ ਉਹ ਟਰਬਲ ਕਰਦੀ ਹੈ। ਤਾਂ ਇਹ ਜਿਹੜਾ ਲਸਣ ਹੈ ਨਾ ਜੀ, ਇਹਨੂੰ ਜੇ ਲੈਣਾ, ਇਹ ਇੱਕ ਐਸੀ ਚੀਜ਼ ਹੈ, ਇਹਨੂੰ 12 ਮਹੀਨੇ 30 ਦਿਨ ਲੈ ਸਕਦੇ ਆ। ਇਹਦਾ ਕੋਈ ਮੌਸਮ ਦੇ ਨਾਲ ਲਿੰਕ ਨਹੀਂ ਹੈਗਾ। ਬਸ ਇਹ ਹੈ ਵੀ ਡੋਜ਼ ਘੱਟ ਵੱਧ ਕਰ ਸਕਦੇ ਆ। 1 ਜਾਂ 2 ਜਿਹੜੀਆਂ ਇਹਦੀਆਂ ਕਲੀਆਂ ਹੁੰਦੀਆਂ ਨੇ, ਉਹ ਜਿਵੇਂ ਆਪਾਂ ਕੈਪਸੂਲ ਲੈਂਦੇ ਆ ਨਾ, ਉਹਨੂੰ ਛਿਲਕਾ ਉਤਾਰ ਲਓ, ਮੂੰਹ 'ਚ ਰੱਖੋ, ਪਾਣੀ ਪੀ ਲਓ, ਸਿੰਪਲ ਚੀਜ਼ ਹੈ। ਬਾਕੀ ਇਹਦੇ ਵਾਸਤੇ ਜਿਹੜੇ ਲੋਕੀ ਮੈਨੂੰ ਸਾਬਤ ਹੀ ਖਾ ਲੈਣਾ ਲਸਣ ਦੀ? ਸਾਬਤ ਥੋੜੇ ਜਿਹੇ ਦੰਦ ਨਾਲ ਥੋੜੀ ਜਿਹੀ ਪੀਸ ਦੋ, ਹਲਕੀ ਜੀ ਉਹਨੂੰ ਪੀਸ ਕੇ ਨਾ ਅੰਦਰ ਕਰ ਲਓ ਪਾਣੀ ਦੇ ਨਾਲ, ਤਾਂ ਉਹਨੇ ਅੰਦਰ ਜਾ ਕੇ ਆਪਣੇ ਆਪ ਬੋਡੀ ਦੇ ਵਿੱਚ ਕੰਜ਼ਿਊਮ ਹੋ ਜਾਣਾ। ਰਾਈਟ, ਓਕੇ। ਸੋ ਪਰ ਦੰਦਾਂ ਦੇ ਨਾਲ ਆਪ ਥੋੜੇ ਜਿਹਾ ਉਹਨੂੰ ਗ੍ਰਾਈਂਡ ਕਰ ਲੈਣਾ, ਹਨਾ, ਹਲਕਾ ਜਿਹਾ, ਮੈਂ ਤੋੜ ਹੀ ਦੇਣ, ਬਸ ਕਰੈਕ ਕਰਕੇ ਪਾਣੀ ਪੀ ਲੈਣ। ਬਾਕੀ ਕੰਮ ਅੰਦਰ ਬੋਡੀ ਦਾ, ਕਿਉਂਕਿ ਆਪਣੀ ਬੋਡੀ ਦੇ ਵਿੱਚ ਜੋ ਚਲਾ ਜਾਂਦਾ ਉਹਨੇ ਖਤਮ ਕਰਕੇ ਉਹਨੂੰ ਆਪਣੇ 5 ਤੱਤਵ ਦੇ ਵਿੱਚ ਵਿਲੀਨ ਕਰ ਦੇਣਾ ਅੰਦਰ ਹੀ। ਕਿਉਂਕਿ ਇੱਕ ਮੈਸੇਜ ਆਇਆ ਸੀ, ਕਹਿੰਦੇ ਕਿ ਕੱਚਾ ਲਸਣ ਨਹੀਂ ਖਾਣਾ ਚਾਹੀਦਾ ਹੈਗਾ। ਡਾਕਟਰ ਸਾਹਿਬ ਨੂੰ ਪੁੱਛੋ, ਕਹਿੰਦੇ ਕਿਸੇ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਕੱਚਾ ਲਸਣ ਨਾ ਖਾਓ। ਉਹ ਕਿਸੇ ਰੀਜ਼ਨ ਕਰਕੇ ਕਿਹਾ ਹੋਊਗਾ, ਕੋਈ ਹੋਰ ਪ੍ਰੋਬਲਮ ਹੋਊਗੀ। ਅਦਰਵਾਈਜ਼ ਜਿਹੜਾ ਕੱਚਾ ਲਸਣ ਹੈ ਇਹ ਬਹੁਤ ਫਾਇਦੇਮੰਦ ਹੈ। ਹਾਂ, ਜਿਹੜਾ ਇਹਦਾ ਪੇਸਟ ਜਾਂ ਇਹਦੀ ਕੋਈ ਬਣਾ ਕੇ ਖਾਂਦੇ ਆ ਨਾ ਲੋਕੀ, ਮਾਰਕੀਟ ਚੋਂ ਬਣਾਇਆ ਗਾਰਲਿਕ ਪੇਸਟ ਲੈ ਲਿਆ ਜਾਂ ਕੋਈ ਚੀਜ਼ਾਂ ਲੈ ਲਈਆਂ, ਉਹ ਨਹੀਂ ਲੈਣੀਆਂ ਚਾਹੀਦੀਆਂ। ਉਹਦੇ 'ਚ ਕਈ ਵਾਰੀ ਲੋਕੀ ਪ੍ਰਜਰਵੇਟਿਵ ਜਾਂ ਕੋਈ ਅਸੈਂਸ ਯੂਜ਼ ਕਰਦੇ ਆ। ਜਦੋਂ ਸਾਨੂੰ ਵਾਹਿਗੁਰੂ ਪਰਮਾਤਮਾ ਨੇ ਸਿੱਧਾ ਲਸਣ ਦਿੱਤਾ ਹੋਇਆ, ਗੰਢਾ ਉਹਦਾ, ਪਿਆਜ਼ ਉਹਦਾ, ਜੋ ਵੀ ਹੈ, ਉਹ ਪੂਰੀ ਤੁਹਾਡੇ ਕੋਲ ਚੀਜ਼ ਹੈਗੀ ਆ, ਉਹਨੂੰ ਪੂਰੀ ਤਰ੍ਹਾਂ ਯੂਜ਼ ਕਰੋ। ਤੇ ਪਕਾ ਕੇ ਜਿਹੜਾ ਆਪਾਂ ਸਬਜ਼ੀ ਦੇ ਵਿੱਚ ਲੈਂਦੇ ਆ, ਉਹ ਲੈਣਾ ਹੀ ਚਾਹੀਦਾ। ਦਾਲ ਸਬਜ਼ੀ ਦੇ ਵਿੱਚ ਜੇ ਅਸੀਂ ਲਸਣ ਲੈਂਦੇ ਆ, ਉਹਦੇ ਵਿੱਚ ਅਜਵੈਣ, ਇੱਕ ਲਸਣ ਤੇ ਇੱਕ ਅਜਵੈਣ, ਇਹ 2 ਚੀਜ਼ਾਂ ਦਾ ਦਾਲ ਸਬਜ਼ੀ ਦੇ ਵਿੱਚ ਬਹੁਤ ਵੱਡਾ ਰੋਲ ਹੈ। ਰੋਲ ਕੀ ਹੈ? ਇੱਕ ਤਾਂ ਹਾਜ਼ਮਾ ਠੀਕ ਰਹਿੰਦਾ, ਮਤਲਬ ਦੂਸਰੀ ਚੀਜ਼ ਪੇਟ ਦੇ ਵਿੱਚ ਗੈਸ ਨਹੀਂ ਬਣਦੀ, ਅਫਾਰਾ ਨਹੀਂ ਬਣਦਾ। ਇਹ ਚੀਜ਼ਾਂ ਜਿਹੜੀਆਂ ਨੇ, 2 ਚੀਜ਼ਾਂ ਦਾ ਮਿਸ਼ਰਣ। ਫਿਰ ਕਈ ਲੋਕੀ ਕੀ ਕਰਦੇ ਆ, ਅਜਵੈਣ ਪਾ ਲੈਂਦੇ ਆ,
ਲਸਣ ਨਹੀਂ ਪਾਉਂਦੇ, ਲਸਣ ਪਾ ਲਿਆ, ਅਜਵਾਇਨ ਨਹੀਂ, ਜਾਂ ਤਾਂ ਫਿਰ ਦੋਨੋਂ ਚੀਜ਼ਾਂ ਪਾਓ, ਹੈ ਨਾ, ਦੋਨੋਂ ਬੈਨੀਫਿਟ ਹੈ, ਲਸਣ ਤੇ ਅਜਵਾਇਨ ਦੋਨੋਂ। ਤੇ ਡਾਕਟਰ ਸਾਹਿਬ ਸੁਭਾਸ਼ ਜੀ ਜਾਣ ਤੋਂ ਪਹਿਲਾਂ ਉਹ ਫਟਕੜੀ ਤੇ ਆ ਗਏ ਆਪਾਂ ਫੇਰ, ਹਨਾ, ਤੇ ਉਹ ਕਹਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੇ ਕਹਿੰਦੇ ਫਟਕੜੀ ਦੇ ਨਾਲ ਮੈਨੂੰ IBS ਪ੍ਰੋਬਲਮ ਨੂੰ ਬਹੁਤ ਫਾਇਦਾ ਹੋਇਆ ਆ, ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਪੁੱਛਦੇ ਹਾਂ ਅਸੀਂ ਕਿ ਇਹ ਜਿਹੜੀ ਫਟਕੜੀ ਦਾ ਪਾਊਡਰ ਹੈ ਇਹ ਅਸੀਂ ਕਿੰਨੀ ਕੁ ਦੇਰ ਤੱਕ ਖਾ ਸਕਦੇ ਹਾਂ? ਇਹਨੂੰ ਫਟਕੜੀ ਦਾ ਜਿਹੜਾ ਪਾਊਡਰ ਹੈ ਇਹਨੂੰ ਜ਼ਿਆਦਾ ਦੇਰ ਨਹੀਂ ਲੈਣਾ ਚਾਹੀਦਾ। ਇਹਦਾ ਜਿਹੜਾ ਐਕਚੁਅਲੀ ਇਸਤੇਮਾਲ ਆ ਹਫ਼ਤੇ 10 ਦਿਨ 'ਚ ਇਹਦਾ ਰਿਜ਼ਲਟ ਆ ਜਾਂਦਾ। ਉਸ ਤੋਂ ਬਾਅਦ ਇਮੀਡੀਏਟ ਜਦੋਂ ਵੀ ਤੁਹਾਨੂੰ ਠੀਕ ਲੱਗੇ ਇਹਨੂੰ ਬੰਦ ਕਰ ਦੇਣਾ ਚਾਹੀਦਾ। ਜਿੱਦਾਂ ਬਵਾਸੀਰ ਹੈ, ਬਲੀਡਿੰਗ ਵਾਲੀ ਪਾਇਲ ਹੈ, ਉਹਦੇ ਵਿੱਚ ਬਹੁਤ ਫਾਇਦਾ ਕਰਦਾ। ਔਰ ਇਹਦਾ ਪਾਊਡਰ ਜੇ ਤੁਹਾਡੇ ਘਰ ਪਿਆ, ਬਾਈ ਚਾਂਸ ਖੁਦਾ ਨਾ ਕਰੇ ਆਪਣੇ ਹੱਥ 'ਚ ਕੋਈ ਕੱਟ ਲੱਗ ਗਿਆ, ਕੋਈ ਬਲੇਡ ਲੱਗ ਗਿਆ, ਕੋਈ ਕੈਂਚੀ ਤੋਂ ਕੱਟ ਲੱਗ ਗਿਆ, ਕੋਈ ਲੋਹੇ ਤੋਂ ਕੱਟ ਲੱਗ ਗਿਆ, ਉੱਥੇ ਤੁਸੀਂ ਤੁਰੰਤ ਫਟਕੜੀ ਲਗਾ ਦਿਓ, ਉਹਨੇ ਬਲੀਡਿੰਗ ਨਹੀਂ ਹੋਣ ਦੇਣੀ, ਉੱਥੇ ਹੀ ਬੰਦ ਕਰ ਦੇਣੀ ਹੈ। ਇਹ ਆਪਣੇ ਨੂੰ ਸਭ ਤੋਂ ਵੱਡਾ ਫਾਇਦਾ ਆਪਾਂ ਨੂੰ ਇਹ ਵਾਲਾ ਇਹਦਾ ਮਿਲਣ ਵਾਲਾ ਹੈਗਾ। ਤੇ ਕੀ ਇਹ ਜੇ ਮਤਲਬ ਇੱਕ ਹੋਰ ਹੈ ਸਾਡੇ ਵੀਰ ਦਾ, ਉਹਦਾ ਮੈਸੇਜ ਸੀ, ਕਹਿੰਦੇ ਲੇਟ 30s ਉਹਨਾਂ ਨੂੰ MS ਆ, ਤੇ ਉਹਨਾਂ ਨੂੰ ਮੈਡੀਕੇਸ਼ਨ ਦੇ ਉੱਤੇ ਬਹੁਤ ਹਨ, ਤੇ ਕਾਫੀ ਮੈਡੀਕੇਸ਼ਨ ਦਾ ਸਾਈਡ ਇਫੈਕਟ ਹੈਗਾ, ਬਵਾਸੀਰ, ਪਾਇਲਸ ਤੇ ਬਲੀਡਿੰਗ, ਤੇ ਕੀ ਉਹ ਫਟਕੜੀ ਦਾ ਜਿਹੜਾ ਹੈਗਾ ਆ ਇਹ ਨੁਸਖਾ ਟਰਾਈ ਕਰ ਸਕਦੇ ਨੇ? ਉਹ ਬਿਲਕੁਲ ਕਰ ਸਕਦੇ ਨੇ। ਔਰ ਸਭ ਤੋਂ ਵੱਡੀ ਚੀਜ਼ ਆ, ਨਾਸ਼ਤੇ 'ਚ ਜਾਂ ਡਿਨਰ 'ਚ ਜੋ ਵੀ ਲੈਂਦੇ ਨੇ, ਲੰਚ ਦੇ ਵਿੱਚੋਂ ਇਕੱਲਾ ਖਿਚੜੀ ਲੈਣ ਆਪਣੇ, ਔਰ ਉਹਦੇ ਨਾਲ ਹੀ ਮਤਲਬ ਜਿਹੜੀ ਸਾਡੀ ਫਟਕੜੀ ਦਾ ਫਾਇਦਾ ਹੋਣਾ। ਤੇ ਜੇ ਲੰਚ ਦੇ ਵਿੱਚ ਸਿਰਫ ਲੰਚ ਬੰਦ ਕਰਕੇ ਖਿਚੜੀ ਦਾ ਲੰਚ ਕਰਨਾ ਸ਼ੁਰੂ ਕਰ ਦੇਣ, ਖਿਚੜੀ ਬਹੁਤ ਵਧੀਆ ਚੀਜ਼ ਆ, ਤਾਂ ਉਹਦੇ ਨਾਲ ਤੁਹਾਡੇ ਪੇਟ ਦੇ ਵਿੱਚ ਤੁਹਾਨੂੰ ਬਹੁਤ ਰਿਲੀਫ ਮਿਲੂਗਾ, ਔਰ ਬਲੀਡਿੰਗ ਦੇ ਵਿੱਚ ਵੀ ਤੁਹਾਨੂੰ ਬਹੁਤ ਮਤਲਬ ਮਦਦ ਮਿਲੂਗੀ ਕਿ ਬਲੀਡਿੰਗ ਨਾ ਹੋਏ। ਤੇ ਸੁਭਾਸ਼ ਜੀ MS ਵਾਸਤੇ ਤੁਹਾਡੇ ਕੋਲ ਕੀ ਇਲਾਜ ਆ? ਕਹਿੰਦੇ ਜੇ MS ਹੋਈ ਹੋਵੇ। MS ਦਾ ਪਤਾ ਕੀ ਹੈ ਜੀ, ਇਹ ਬਹੁਤ ਸਾਰੇ ਕੁਐਸਚਨ ਏਦਾਂ ਦੇ ਆਉਂਦੇ ਆ। ਇਹ ਕੁਐਸਚਨ ਦੇ ਉੱਤੇ ਜੇ ਆਪਾਂ ਖੁੱਲ ਕੇ ਗੱਲ ਕਰਦੇ ਆ ਨਾ, ਕਈ ਵਾਰੀ ਇਹ ਕਿਸੇ ਨੂੰ ਤਾਂ ਸੂਟ ਕਰ ਜਾਂਦਾ, ਕਿਸੇ ਨੂੰ ਨਹੀਂ ਵੀ ਕਰਦਾ। ਇਹਦੇ ਲਈ ਤਾਂ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਜਿਹੜੇ ਵੀ MS ਦੇ ਪੇਸ਼ੈਂਟ ਹੈਗੇ ਆ ਜਾਂ ਇਹ ਪ੍ਰੋਬਲਮ ਹੈਗੀ ਆ, ਉਹ ਮੈਨੂੰ ਇੱਕ ਵਾਰੀ ਮੇਰੇ ਫੋਨ ਤੇ WhatsApp ਤੇ ਮੈਸੇਜ ਪਾ ਲਓ ਜਾਂ ਮੈਨੂੰ ਰਾਬਤਾ ਕਾਇਮ ਕਰ ਲਓ, ਉਹਦੇ 'ਚ ਆਪਾਂ ਬੈਠ ਕੇ ਇਹਦੇ ਬਾਰੇ ਡਿਸਕਸ ਕਰਾਂਗੇ। ਇਹ ਇੱਕ ਗੰਭੀਰ ਬਿਮਾਰੀ ਹੈ, ਇਹ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਨੂੰ ਫਾਇਦਾ ਹੋ ਜਾਏ ਦੂਜੇ ਨੂੰ ਉਹਦਾ ਨਾ ਹੋਵੇ। ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਨੇ ਕਈ ਵਾਰੀ, ਇਹਦੇ ਬਾਰੇ ਆਪਾਂ ਗੱਲ ਜ਼ਰੂਰ ਕਰਾਂਗੇ, ਪਰ ਲੇਕਿਨ ਟੈਲੀਫੋਨਿਕਲੀ ਪੇਸ਼ੈਂਟਸ ਨੂੰ ਮੈਂ ਇਹੀ ਕਹੂੰਗਾ ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਇਹਦੇ ਵਾਸਤੇ ਮੇਰੇ ਨਾਲ ਖੁੱਲ੍ਹੇ ਤੌਰ ਤੇ ਤੁਸੀਂ ਗੱਲ ਕਰ ਸਕਦੇ ਹੋ। ਬਾਕੀ ਕੋਈ ਵੀ ਨਿਸੰਤਾਨ ਹੈਗੇ ਨੇ ਜਾਂ ਕਿਸੇ ਨੂੰ ਪ੍ਰੋਬਲਮ ਹੈਗੀ ਆ, ਮੇਰੇ ਵੀਰਾਂ ਨੂੰ ਤਾਕਤ ਦੀ, ਉਹਦੀਆਂ ਦਵਾਈਆਂ ਅੱਜ ਕੱਲ੍ਹ ਜਾ ਰਹੀਆਂ ਨੇ ਮੇਰੇ ਕੋਲੋਂ। ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਸਾਰੇ ਭੈਣ ਭਰਾ ਬਹੁਤ ਖੁਸ਼ ਨੇ, ਤੇ ਏਦਾਂ ਦੀਆਂ ਚੀਜ਼ਾਂ ਲਈ ਮੈਨੂੰ ਤੁਸੀਂ ਪਰਸਨਲੀ ਫੋਨ ਕਰ ਸਕਦੇ। ਰਾਈਟ, ਓਕੇ। ਕਿਟ ਮੰਗਾਉਣ ਵਾਸਤੇ 2 ਮੈਸੇਜ ਆਏ, ਕਿਟ ਮੰਗਾਉਣੇ ਉਹਨਾਂ ਨੇ। ਕਿਟ ਮੰਗਾਉਣ ਵਾਸਤੇ ਹੁਣ ਆਪਾਂ ਟੈਲੀਫੋਨ ਨੰਬਰ ਦੇ ਦਈਏ ਤੁਹਾਡਾ, ਕਿਸ ਤਰ੍ਹਾਂ ਕਿਟ ਮੰਗਾ ਸਕਦੇ? ਇੱਕ ਤਾਂ ਮੇਰੀ ਭੈਣ ਗੱਲ ਅੱਜ ਮੈਂ ਤੁਹਾਡਾ 1 ਮਿੰਟ ਲਊਂਗਾ। ਜਿਹੜੀ ਕਿਟ ਦੀ ਗੱਲ ਮੈਂ ਕਰਦਾ ਨਾ ਜੀ, ਇਹ ਮੈਂ ਬਹੁਤ ਜ਼ੋਰ ਦੇ ਕੇ ਕਹਿ ਰਿਹਾ ਸਾਰਿਆਂ ਨੂੰ ਵੀ ਜਿਹੜੀ ਕਿਚਨ ਹੈ ਆਪਣੀ, ਉਹਦੇ ਵਿੱਚ ਆਪਾਂ ਹਰ ਚੀਜ਼ ਲਗਾਉਂਦੇ ਆ, ਹਰ ਤਰ੍ਹਾਂ ਦਾ ਉਹਨੂੰ ਮਾਡੂਲਰ ਬਣਾਉਂਦੇ ਆ, ਪਰ ਉਹਦੇ ਵਿੱਚ ਇੱਕ ਨਾ 5 ਫੁੱਟ ਦੀ ਜਗ੍ਹਾ ਆਪਣੀ ਪੰਜਾਬ ਦੀ ਰਸੋਈ ਨੂੰ ਦੇ ਦਿਓ, ਪੰਜਾਬੀ ਰਸੋਈ ਨੂੰ ਦੇ ਦਿਓ। ਉਹਦੇ ਵਾਸਤੇ ਮੇਰੇ ਤੋਂ ਇੱਕ ਕਿੱਟ ਮੰਗਾ ਲਓ ਜਿਹਦੇ ਵਿੱਚ ਮੈਂ 20-25 ਚੀਜ਼ਾਂ ਭੇਜ ਰਿਹਾ। ਇਹ ਉਹ ਚੀਜ਼ਾਂ ਨੇ ਜਿਹੜੀਆਂ ਮੈਂ 50-50, 60-60 ਹਜ਼ਾਰ ਰੁਪਏ ਦੀ ਪੈਕਿੰਗ ਦੇ ਵਿੱਚ ਦਿੱਤੀਆਂ ਨੇ, ਪਰ ਮੈਂ ਇਹਨਾਂ ਨੂੰ ਇੰਨੀ ਸੌਫਟਲੀ ਤਿਆਰ ਕੀਤਾ ਕਿ 20-25 ਆਈਟਮਾਂ ਜਿਹੜੀਆਂ ਤੁਸੀਂ ਖੁਸ਼ ਹੋ ਜਾਓਗੇ ਵੀ ਕੀ ਆਇਆ। ਆਪਾਂ ਨੂੰ ਬਾਜ਼ਾਰ ਜਾਣ ਦੀ ਲੋੜ ਨਹੀਂ ਪਊਗੀ ਵਾਰੀ-ਵਾਰੀ। ਤੁਹਾਡਾ ਸਿਰਫ $200-250 ਦਾ ਪਾਉਂਡ ਦਾ ਖਰਚਾ, ਇਹ ਤੁਹਾਡਾ 3 ਸਾਲ ਵਾਸਤੇ ਵੈਲਿਡ ਹੋ ਜਾਂਦੀ ਹੈ ਕਿੱਟ। ਉਸ ਤੋਂ ਬਾਅਦ ਤੁਸੀਂ ਨਾਲ ਤੁਹਾਨੂੰ ਸੁਭਾਸ਼ ਗੋਇਲ ਦਾ ਟੈਲੀਫੋਨ ਹਮੇਸ਼ਾ ਅਵੇਲੇਬਲ ਰਹੂਗਾ ਉਹਦੇ ਉੱਤੇ। ਤੁਹਾਨੂੰ ਕੋਈ ਵੀ ਪ੍ਰੋਬਲਮ ਕਿਸੇ ਵੀ ਟਾਈਮ ਹੁੰਦੀ ਹੈ ਤੁਸੀਂ ਫੋਨ ਕਰਨਾ। ਮੈਂ ਤੁਹਾਨੂੰ ਕਹਿਣਾ ਜੀ ਤੁਹਾਡੀ ਕਿੱਟ ਦੇ ਵਿੱਚ ਤਿਰਫਲਾ ਪਿਆ ਹੋਊਗਾ, ਅਭਿਪਤੀਕਾਰ ਚੂਰਨ ਪਿਆ ਹੋਊਗਾ, ਲਵਣ ਭਾਸਕਰ ਪਿਆ ਹੋਊਗਾ, ਜਾਂ ਆਹ ਚੀਜ਼ ਪਈ ਹੋਊਗੀ। ਇਹ 24-25 ਆਈਟਮਾਂ ਨਾਲ ਤੁਹਾਡੇ ਘਰੇ ਇੱਕ ਆਯੁਰਵੈਦਿਕ ਸਟੋਰ ਖੁੱਲ ਜਾਣਾ। ਉਹਦੇ ਵਿੱਚੋਂ ਤੁਹਾਨੂੰ ਹਰ ਵਕਤ ਮੈਂ ਦੱਸਣਾ, ਚੀਜ਼ ਚੱਕਣੀ, ਤੁਸੀਂ ਆਪਣੀ ਯੂਜ਼ ਕਰ ਲੈਣੀ। ਇਹ ਇੱਕ ਵੱਡੀ ਗੱਲ ਹੈ। ਮੇਰਾ ਫੋਨ ਨੰਬਰ ਨੋਟ ਕਰ ਲਓ। ਅੱਜ ਮੈਂ ਦਿਦਾਰ ਭੈਣ ਦਾ 1-2 ਮਿੰਟ ਬਾਅਦ ਲੈ ਲਿਆ ਹੋਇਆ, ਤੇ ਫੋਨ ਨੰਬਰ ਮੇਰਾ ਨੋਟ ਕਰ ਲਓ ਜੀ, 9915099575 99-150 99-575। ਮੇਰੇ ਇਸ ਨੰਬਰ ਤੇ WhatsApp ਵੀ ਚੱਲਦਾ ਜੀ। ਇਸ ਨੰਬਰ ਤੇ ਤੁਹਾਨੂੰ ਹਰ ਤਰ੍ਹਾਂ ਦਾ ਮੈਸੇਜ, ਤੁਸੀਂ ਵੌਇਸ ਮੈਸੇਜ ਕਰ ਸਕਦੇ ਹੋ, ਤੇ ਉਹਦੇ ਨਾਲ ਤੁਹਾਨੂੰ ਬਹੁਤ ਬੈਨੀਫਿਟ ਹੋਊਗਾ। ਮੇਰੀ ਮੇਲ ID ਪਿਛਲੀ ਵਾਰ ਬਹੁਤ ਭੈਣ ਭਰਾਵਾਂ ਨੇ ਮੇਲ ਕੀਤੀ, subhashgoyal27@gmail.com।
ਸੋ ਤੁਹਾਨੂੰ ਈਮੇਲ ਵੀ ਭੇਜ ਸਕਦੇ ਨੇ ਤੇ ਜਿਨ੍ਹਾਂ ਨੇ ਕਿਟ ਮੰਗਾਉਣੀ ਹੈ ਉਹ ਸਿੱਧਾ ਤੁਹਾਡੇ ਨਾਲ ਗੱਲਬਾਤ ਕਰ ਲੈਣ ਤੇ ਦੱਸ ਦੇਣ ਕਿ ਉਹ ਕਿਟ ਦੇ ਵਿੱਚ ਕੀ ਕੀ ਚਾਹੁੰਦੇ। ਭੈਣ ਲੋਕੀ ਇੱਕ ਹੋਰ ਮੈਨੂੰ ਪੁੱਛਦੇ ਰਹਿੰਦੇ ਗੋਇਲ ਸਾਹਿਬ ਤੁਹਾਡੀ ਕੋਈ ਸਾਈਟ ਤਾਂ ਨਹੀਂ ਹੈਗੀ? ਮੇਰੀਆਂ 4-5 ਸਾਈਟਾਂ ਨੇ, ਪਰ ਤੁਸੀਂ ਸਿਰਫ ਇੰਨਾ ਹੀ ਕੰਮ ਕਰਨਾ, ਸੁਭਾਸ਼ ਗੋਇਲ MD ਬਰਦਾਨ ਗੂਗਲ ਤੇ ਲਿਖਣਾ, ਮੇਰੀ ਪੂਰੀ ਸਟੋਰੀ ਤੁਹਾਨੂੰ ਉਹਦੇ ਤੇ ਆ ਜਾਣੀ ਹੈ। ਮੇਰੀ ਸਾਈਟ ਵੀ, ਮੇਰੀ ਲੋਕੇਸ਼ਨ ਵੀ, ਹਰ ਚੀਜ਼ ਤੁਹਾਨੂੰ ਮਿਲੇਗੀ। ਸੁਭਾਸ਼ ਗੋਇਲ MD ਬਰਦਾਨ। MD ਬਰਦਾਨ, ਰਾਈਟ, ਓਕੇ ਜੀ, ਥੈਂਕ ਯੂ ਸੋ ਮਚ ਸੁਭਾਸ਼ ਜੀ। ਹੋਰ ਤੁਹਾਡੇ ਕੋਲ ਸਵਾਲ ਤਾਂ ਬਹੁਤ ਹੈਗੇ, ਹੁਣ ਅਗਲੇ ਹਫਤੇ ਤੱਕ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਅੱਜ ਹੁਣ ਆਪਾਂ ਦੱਸ ਦਿੱਤਾ ਕਾਲੀ ਗੂੰਦ ਦੀਆਂ ਟੈਬਲੇਟਸ ਮੰਗਾਉਣੀਆਂ ਹੋਣ ਜਾਂ ਕਿਟ ਮੰਗਾਉਣੀ ਹੈਗੀ ਹੈ ਤੇ ਤੁਹਾਡੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਾਂ। ਤੇ ਜਿਹੜਾ ਇਹ ਫੀਵਰ ਦਾ ਤੁਸੀਂ ਦੱਸਿਆ ਆ ਉਹਦਾ ਵੀ ਬਹੁਤ ਬਹੁਤ ਧੰਨਵਾਦ। ਤੇ ਲਸਣ ਹੁਣ ਜਿਨ੍ਹਾਂ ਨੇ ਖਾਣਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਹੈਗਾ ਕਿ ਜਿਹੜੇ ਹਾਰਟ ਪੇਸ਼ੈਂਟਸ ਤੇ ਸਟ੍ਰੋਕ ਪੇਸ਼ੈਂਟਸ ਆ ਜੋ ਐਸਪਰੀਨ ਦੇ ਉੱਪਰ ਹੈਗੇ ਨੇ, ਕੀ ਉਹ ਲਸਣ ਖਾ ਸਕਦੇ ਨੇ? ਫਾਈਨਲ ਕੁਐਸਚਨ। ਹਾਂ, ਉਹਨਾਂ ਨੂੰ ਇੱਕ ਥੋੜਾ ਜਿਹਾ ਪ੍ਰੀਕਾਸ਼ਨ ਲੈਣਾ ਪਊਗਾ। ਉਹ ਕੱਚਾ ਲਸਣ ਨਹੀਂ ਖਾ ਸਕਦੇ। ਇਹ ਆ ਗਈ ਨਾ ਤੁਹਾਡਾ ਕੁਐਸਚਨ ਵੀ, ਕੱਚਾ ਲਸਣ ਮਨਾ ਕੀਤਾ, ਇੱਥੇ ਕੀਤਾ ਹੋਇਆ ਕਿ ਜਿਹੜੇ ਲੋਕੀ ਆਲਰੇਡੀ ਕਿਸੇ ਇਦਾਂ ਦੀ ਮੈਡੀਸਿਨ, ਕਿਉਂਕਿ ਐਸਪਰੀਨ ਜਿਹੜੀ ਆ ਉਹ ਵੀ ਇੱਕ ਸੈਂਸਿਟਿਵ ਮੈਡੀਸਿਨ ਆ। ਐਸਪਰੀਨ ਜਿਹੜੇ ਖਾ ਰਹੇ ਆ ਉਹ ਲਸਣ ਸਬਜ਼ੀ ਦੇ ਵਿੱਚ ਲੈਣ, ਅਜਵਾਇਣ ਲੈਣ ਤੇ ਉਹਨਾਂ ਨੂੰ ਇਹਦੇ ਨਾਲ ਬਹੁਤ ਫਾਇਦਾ ਹੋਊਗਾ। ਔਰ ਕਾਲਾ ਗੋਂਦ ਜਿਹੜਾ ਸਾਡਾ ਕੈਪਸੂਲ ਹੈ ਉਹ ਮੰਗਾ ਲਓ, ਵੈਦਬਾਨ ਕਾਲਾ ਗੋਂਦ ਦਾ ਕੈਪਸੂਲ। ਉਹਦੇ ਨਾਲ ਤੁਹਾਨੂੰ ਕੀ ਹੋਊਗਾ, ਇਹ ਸਾਰੀਆਂ ਪ੍ਰੋਬਲਮ ਦੇ ਵਿੱਚ ਬਹੁਤ ਬੈਨੀਫਿਟ ਮਿਲਣ ਵਾਲਾ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਭਾਸ਼ ਜੀ, ਤੇ ਅਗਲੇ ਹਫਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਥੈਂਕ ਯੂ ਜੀ ਆਇਆਂ ਨੂੰ ਪੰਜਾਬ ਰੇਡੀਓ ਤੇ। ਓਕੇ ਮੇਰੀ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਦਾ, ਡਾਕਟਰ ਸੁਭਾਸ਼ ਗੋਇਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹ ਪੁੱਛਣਾ ਸੀਗਾ, ਮੇਰੇ 9 year old ਗ੍ਰੈਂਡ-ਡਾਟਰ ਆ ਤੇ ਉਹਦੀ ਇਹ ਫਲਵੈਰੀ ਬਹੁਤ ਹੋਈ ਜਾਂਦੀ ਆ ਜੁਆਇੰਟ ਤੇ ਆ। ਜੇ ਕਿਸੇ ਨੇ ਕੋਈ ਦਵਾਈ ਲਈ ਹੋਗੀ, ਕੋਈ ਦੱਸ ਸਕਦਾ? ਮੈਂ ਜਿਹੜੇ ਤੁਹਾਡੇ ਇੰਡੀਆ ਤੋਂ ਡਾਕਟਰ ਆਉਂਦੇ ਉਹਨਾਂ ਤੋਂ ਵੀ ਬਹੁਤ ਦਵਾਈਆਂ ਲੈ ਹਟੀ ਤੇ ਜਿਹੜੇ ਇੱਥੇ ਲੈਸਟਰ ਤੋਂ ਆਉਂਦੇ ਆ ਉਹਨਾਂ ਤੋਂ ਵੀ, ਪਰ ਕੋਈ ਫਰਕ ਨਹੀਂ ਪੈਂਦਾ ਹੈਗਾ। ਰਾਈਟ, ਓਕੇ। ਕਿਸੇ ਨੇ ਦੱਸਿਆ ਸੀਗਾ ਨੁਸਖਾ, ਮੈਂ ਸ਼ੋਰ ਨਹੀਂ, ਬਦਾਮ ਰੋਗਨ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਜਿਹੜਾ ਅਨਾਰ ਦਾ ਪਾਊਡਰ ਬਣਾ ਕੇ, ਛਿਲਕੇ ਦਾ ਪਾਊਡਰ ਬਣਾ ਕੇ ਉਹਦੇ 'ਚ ਮਿਕਸ ਕਰਕੇ ਉਹ ਕਹਿੰਦੇ ਸੀ ਅਸੀਂ ਲਗਾਇਆ ਸੀ ਬੱਚੇ ਤੇ ਸਾਨੂੰ ਆਰਾਮ ਆ ਗਿਆ ਸੀ। ਪਰ ਮੈਂ ਸ਼ੋਰ ਨਹੀਂ, ਕੋਕੋਨਟ ਆਇਲ ਆ ਕਿ ਬਦਾਮ ਰੋਗਨ, ਮੈਂ ਚੈੱਕ ਕਰਕੇ ਤੁਹਾਨੂੰ ਫਿਰ ਦੱਸ ਦਾਂਗੀ ਜ਼ਰੂਰ। ਹਾਂਜੀ ਹਾਂਜੀ, ਸਾਨੂੰ ਇੰਨੀ ਵਰੀ ਲੱਗੀ ਰਹਿੰਦੀ ਵਿਚਾਰੀ। ਨਹੀਂ, ਉਹ ਕਹਿੰਦੇ ਕਿ ਉਹਦੇ ਨਾਲ ਉਹਨਾਂ ਨੂੰ ਕਾਫੀ ਫਰਕ ਪੈ ਗਿਆ ਸੀ, ਆਸਾਨ ਜਿਹਾ ਹੀ ਸੀਗਾ। ਤੁਸੀਂ ਉਨੀ ਦੇਰ ਆਪਣਾ ਅਨਾਰ ਲੈ ਆਓ, ਉਹਨੂੰ ਸੁਕਾ ਲਓ ਛਿਲਕੇ ਨੂੰ ਤੇ ਉਹਦਾ ਪਾਊਡਰ ਬਣਾ ਲਓ। ਤੇ ਫਿਰ ਮੈਨੂੰ ਤੁਸੀਂ ਦੱਸ ਦਿਓ। ਹਾਂਜੀ ਹਾਂਜੀ, ਕੋਈ ਨਹੀਂ, ਕੱਲ ਨੂੰ। ਬਹੁਤ ਦਵਾਈਆਂ ਅਸੀਂ ਜਿਹੜੇ ਡਾਕਟਰ ਤੁਹਾਡੇ ਹੁੰਦੇ ਉਹਨਾਂ ਤੋਂ ਲੈ ਕੇ ਮੈਂ ਦੇਖ ਲਈਆਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕੋਈ ਨਾ, ਆਪਾਂ ਨੈਕਸਟ ਵੀਕ ਮੰਡੇ ਕਵਰ ਕਰ ਦਾਂਗੇ ਤੁਹਾਡਾ। ਪਰ ਉਸ ਦਾ ਮੈਨੂੰ ਪਤਾ ਕਿ ਉਹ ਕਹਿੰਦੇ ਸੀ ਸਾਡੇ ਬੱਚੇ ਦੇ ਸੀਗੇ ਤੇ ਉਹਦੇ ਦੂਰ ਹੋ ਗਿਆ ਸੀਗਾ। ਇਹਦੇ ਅਨਾਰ ਦਾ ਪਾਊਡਰ ਬਣਾ ਕੇ, ਛਿਲਕੇ ਦਾ ਪਾਊਡਰ ਬਣਾ ਕੇ ਤੇ ਉਹਨਾਂ ਨੇ ਪਤਾ ਨਹੀਂ ਕੋ ਬਦਾਮ, ਮੈਨੂੰ ਲੱਗਦਾ ਬਦਾਮ ਰੋਗਨ ਹੀ ਕਹਿੰਦੇ ਸੀ, ਬਦਾਮ ਰੋਗਨ ਦੇ ਵਿੱਚ ਮਿਕਸ ਕਰਕੇ ਉਹ ਲਗਾਉਣ ਦੇ ਨਾਲ ਫਾਇਦਾ ਹੋਇਆ ਉਹਨਾਂ ਨੂੰ। ਕੋਈ ਨਹੀਂ, ਅਸੀਂ ਚੈੱਕ ਕਰ ਦਾਂਗੇ ਤੁਹਾਨੂੰ ਇੱਕ ਵਾਰ। ਓਕੇ ਮੇਰੀ ਭੈਣ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਜਿਹੜੀ ਫੁਲਵਾਰੀ ਕਿਉਂ ਹੁੰਦੀ ਹੈ? ਹਾਂਜੀ, ਫੁਲਵਾਰੀ ਤੁਸੀਂ ਕਈ ਕਹਿੰਦੇ ਨੇ ਨਾ ਕਿ ਤੁਸੀਂ ਮੱਛੀ ਖਾ ਕੇ ਜੀ ਤੁਸੀਂ ਕੱਚਾ ਦੁੱਧ ਪੀ ਲਓ ਤੇ ਉਹਦੇ ਨਾਲ ਫਲਵੈਰੀ ਹੋ ਜਾਂਦੀ ਆ। ਪਰ ਇਹ ਤਾਂ ਤੁਹਾਡੀ ਜਿਹੜੀ ਸਕਿਨ ਆ ਨਾ ਉਹਦੇ 'ਚ ਕੋਈ ਪ੍ਰੋਬਲਮ ਹੁੰਦੀ ਆ। ਰਾਈਟ, ਓਕੇ, ਹੈ ਨਾ। ਮਤਲਬ ਕਿ ਅੱਗੇ ਇੰਨੀ ਜ਼ਿਆਦਾ ਨਹੀਂ ਸੀ ਸੁਣਦੇ ਹੁੰਦੇ ਕਿ ਫੁਲਵੈਰੀ ਹੋਈ ਆ, ਹੁਣ ਆਪਣੀ ਨਹੀਂ ਤੁਸੀਂ ਪਹਿਲਾਂ ਤੋਂ ਹੁੰਦੀ ਆ, ਪਰ ਇਹ ਤੁਹਾਡੀ ਮੈਂ ਕਿਹਾ ਤੁਹਾਡੇ ਬਲੱਡ ਤੇ ਜਾਂ ਤੁਹਾਡੀ ਸਕਿਨ ਦੇ ਵਿੱਚ ਜਿਹਨੂੰ ਸਕਿਨ ਕੀ ਕਹਿੰਦੇ ਡਿਸਫਿਗਰਮੈਂਟ ਜਿਹੜੀ ਹੋ ਜਾਂਦੀ ਆ ਨਾ। ਰਾਈਟ, ਸਕਿਨ ਦਾ ਰੋਗ ਆ। ਹਾਂਜੀ ਸਕਿਨ ਦਾ ਰੋਗ ਆ ਇਹ। ਰਾਈਟ, ਓਕੇ। ਆਪਾਂ ਸ਼ਬੀਰ ਬਾਰੇ ਕਈ ਦੱਦੀ ਵੀ ਹੋ ਜਾਂਦੀ, ਕਈ ਵਾਰੀ ਕਈਆਂ ਦੇ ਦਾੜੀ 'ਚ ਦੱਦੀ ਹੋ ਜਾਂਦੀ, ਉਹ ਜਿੱਦਾਂ ਪੈਣੀ ਹੁੰਦੀ ਆ ਉਨੀ ਕੁ ਜਗ੍ਹਾ ਤੋਂ ਬਾਹਰ ਪੈਚ ਹੋ ਜਾਂਦਾ, ਪਰ ਉਹ ਆਪਣੇ ਆਪ ਹੀ ਠੀਕ ਹੋ ਜਾਂਦਾ। ਸੋ ਉਹਦਾ ਕੋਈ ਇਲਾਜ ਨਹੀਂ ਹੈ? ਨਹੀਂ, ਪੈਚ ਦਾ ਵੀ ਕੋਈ ਇਲਾਜ ਨਹੀਂਗਾ, ਪਰ ਲੇਕਿਨ ਫੁਲਵਾਰੀ ਦਾ ਮੈਂ ਤਾਂ ਅਜੇ ਤੱਕ ਸੁਣਿਆ ਨਹੀਂ ਵੀ ਜੇ ਉਹਦਾ ਕੋਈ ਇਲਾਜ ਹੈਗਾ ਆ ਕਿ ਨਹੀਂ। ਆਹ ਜਿਹੜਾ ਦੱਸਿਆ ਸੀ, ਕਿਸੇ ਨੇ ਦੱਸਿਆ ਸੀ, ਬਹੁਤ ਖੁਸ਼ ਹੋਏ ਸੀਗੇ, ਉਹਨਾਂ ਨੇ ਆਪਣਾ ਪ੍ਰੋਗਰਾਮ ਵੀ ਸਪਾਂਸਰ ਕੀਤਾ ਸੀਗਾ ਤੇ ਕਹਿੰਦੇ ਸੀਗੇ ਕਿ ਫੁਲਵਾਰੀ ਦਾ ਉਹਨਾਂ ਨੂੰ ਫਾਇਦਾ ਹੋਇਆ ਆ। ਸਿੰਪਲ ਜਿਹਾ ਸੀਗਾ, ਚਲੋ ਦੇਖਦੇ ਆ ਨਾ। ਆਪਣੇ ਡਾਕਟਰ ਕਨੂੰ ਬਾਈ ਨੇ ਮੈਸੇਜ ਭੇਜ ਦਿੱਤਾ ਫੁਲਵਾਰੀ ਲਈ। ਅੱਛਾ, ਉਹ ਕਹਿੰਦੇ ਕਿ Bavchi oil, BAVCHI, Bavchi oil for vitiligo. ਸੋ ਬਵਚੀ ਆਇਲ ਉਹਨਾਂ ਨੇ ਅੱਗੇ 1-2 ਜਣਿਆਂ ਦੇ ਟੈਲੀਫੋਨ ਆਏ ਸੀਗੇ ਕਿ ਉਹਨਾਂ ਨੇ ਉਹਨਾਂ ਕੋਲੋਂ ਮੈਡੀਸਨ ਲਈ ਸੀ ਡਾਕਟਰ ਕਨੂਬਾਈ ਪਟੇਲ ਕੋਲੋਂ, ਉਹਨਾਂ ਨੂੰ ਕਾਫੀ ਫਰਕ ਪਿਆ ਹੈਗਾ ਇਹਦੇ ਉੱਪਰ। ਤੇ ਚਲੋ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਦੇਖਦੇ ਹਾਂ ਇਸ ਲਾਈਨ ਤੇ ਕੌਣ। ਹੈਲੋ, ਸਤਿ ਸ਼੍ਰੀ ਅਕਾਲ ਜੀ, ਪੰਜਾਬ ਰੇਡੀਓ।
ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਿੱਦਾਂ ਠੀਕ ਠਾਕ ਤੁਸੀਂ? ਚੜ੍ਹਦੀ ਕਲਾ ਚੜ੍ਹਦੀ ਕਲਾ। ਹਾਂਜੀ ਇਹ ਮੈਂ ਪੁੱਛਣਾ ਸੀ, ਮੇਰੀ ਮਦਰ ਹੈ ਨਾ ਇੰਡੀਆ ਦੇ ਵਿੱਚ ਡਿੱਗ ਗਏ ਸੀ। ਉਹਨਾਂ ਦੇ 2 ਹੱਡੀਆਂ ਕ੍ਰੈਕ ਹੋ ਗਈਆਂ ਪਿੱਛੇ ਬੈਕ ਤੇ। ਤੇ ਉਹਦੇ ਲਈ ਕੀ ਕਰ ਸਕਦੇ ਆ? ਡਾਕਟਰ ਨੂੰ ਪੁੱਛੂ। ਜਿਹੜੀਆਂ ਹੱਡੀਆਂ ਦੀ ਕ੍ਰੈਕਿੰਗ ਹੁੰਦੀ ਆ ਨਾ, ਉਹ ਤਾਂ ਨੈਚੁਰਲ ਹੀਲਿੰਗ ਹੁੰਦੀ ਆ। ਓਕੇ ਓਕੇ। ਉਹਨਾਂ ਨੂੰ ਕਹੋ ਕਿ ਮਾਲਿਸ਼ ਨਾ ਕਰਾਉਣ, ਕਰਕੇ ਉਹਦੇ ਨਾਲ ਤੇ ਫੇ ਹੋ ਨਹੀਂ ਹੋਣਾ। ਜਿੱਦਾਂ ਟਕੋਰ ਨਹੀਂ ਆਪਣੇ ਕਰਦੇ ਹੁੰਦੇ, ਹਾਂਜੀ ਉਹ ਕਰਦੇ ਆ। ਹਾਂ ਬਸ ਉਹ ਤੁਸੀਂ ਹੱਡੀਆਂ ਦੇ ਆਪਣੇ ਆਪ ਹੀ ਠੀਕ ਹੋਣੀਆਂ, ਉਹਦਾ ਕੋਈ ਇਲਾਜ ਨਹੀਂ ਹੁੰਦਾ। ਓਕੇ ਉਹ ਕਰਕੇ ਪੀਸ ਰੱਖਦੇ, ਠੰਡੇ ਰੱਖਦੇ ਤੇ ਗਰਮ ਵੀ ਕਰ ਦਿੰਦੇ ਸੀ। ਨਹੀਂ ਬਹੁਤਾ ਜ਼ਿਆਦਾ ਵੀ ਨਾ ਕਰਿਓ। ਓਕੇ ਠੀਕ ਆ। ਹਨਾ ਸਾਰਿਆਂ ਤੋਂ ਬੈਸਟ ਇਹੀ ਆ ਕਿ ਉਹਨੂੰ ਰੈਸਟ ਚਾਹੀਦੀ ਆ। ਹਾਂਜੀ ਤੇ ਟਕੋਰ ਚਾਹੀਦੀ ਆ। ਓਕੇ ਜੀ। ਜਿਹੜੇ ਬਰਫ਼ ਰੱਖਦੇ ਆ ਉਹ ਤਾਂ ਜੇ ਸੋਜ ਪਈ ਹੋਵੇ ਤਾਂ ਰੱਖਦੇ ਹੁੰਦੇ ਆ। ਮੈਨੂੰ ਲੱਗਦਾ ਅੰਦਰ ਕਹਿੰਦੇ ਥੋੜੀ ਸੋਜ ਵੀ ਆ ਨਾਲ, ਜਿੱਥੇ ਕ੍ਰੈਕ ਹੋਈਆਂ ਤੇ ਉਹਦੇ ਨਾਲ ਸੋਜ ਹੈਗੀ ਆ। ਹਾਂਜੀ 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 ਠੀਕ ਹੈ ਜੀ। ਹਾਂਜੀ ਓਕੇ ਜੀ। ਓਕੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਅਸੀਂ ਜੀ ਆਇਆ ਆਖਦੇ ਹਾਂ ਸਾਡੇ ਸਤਿਕਾਰਯੋਗ ਵੀਰ ਸੁਰਜੀਤ ਸਿੰਘ ਜੀ ਘੁੰਮਣ, ਸਾਡੇ ਵੀਰ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਹਨ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੀਰ ਜੀ ਉਹਨਾਂ ਨੇ ਕਿਹਾ ਨਾ ਕਿ ਉਹਨਾਂ ਦੀਆਂ ਹੱਡੀਆਂ ਬਾਰੇ ਗੱਲ ਕੀਤੀ ਸੀ, ਹੱਡੀਆਂ ਕ੍ਰੈਕ ਹੋਈਆਂ ਹਨ। ਹਾਂ ਤੇ ਉਹ ਆਪਣੇ ਡਾਕਟਰ ਕੋਲੋਂ ਬਾਈ ਸੁਣ ਰਹੇ ਨੇ, ਉਹ ਕਹਿੰਦੇ ਇਫ ਇਟਸ ਫ੍ਰੈਕਚਰਸ ਦੇ ਨੀਡ ਪਲਾਸਟਰ। ਜੇ ਫ੍ਰੈਕਚਰ ਹੋਇਆ ਹੋਵੇ। ਕ੍ਰੈਕ ਉਹਨੇ ਕਿਹਾ ਸੀ, ਕ੍ਰੈਕ ਹੋਈਆਂ, ਰਾਈਟ। ਉਹ ਕ੍ਰੈਕ ਕਿਹਾ ਸੀਗਾ। ਚੰਗਾ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। On AM, TV, digital radio and online, this is Punjab Radio.